ਹਾਜ਼ਰੀਨ, ਤੁਸੀਂ ਅੱਜ ਤੱਕ ਵੋਟਾਂ ਤੋਂ ਪਹਿਲਾਂ ਲੀਡਰਾਂ ਨੂੰ, ਪਾਰਟੀਆਂ ਨੂੰ ਤੁਹਾਡੇ ਕੋਲ ਨੋਟਾਂ ਤੇ ਵੋਟਾਂ ਪਿੱਛੇ ਤਾਂ ਆਉਂਦਾ ਦੇਖਿਆ ਹੋਵੇਗਾ, ਪਰ ਤੁਹਾਡੇ ਨਾਲ ਗੱਲਾਂ ਬਾਤਾਂ ਕਰਨ ਦੇ ਲਈ ਤੇ ਉਹਦੇ ਮਸਲੇ ਸੁਲਝਾਉਣ ਦੇ ਲਈ ਤੇ ਮਸਲੇ ਹੱਲ ਕਰਨ ਦੇ ਲਈ ਜੇ ਕੋਈ ਪਹਿਲੀ ਵਾਰੀ ਆਉਣ ਲੱਗੇ ਤਾਂ ਅਰਵਿੰਦ ਕੇਜਰੀਵਾਲ ਜੀ ਨੇ। ਇਸ ਕਰਕੇ ਲਾਊਡ ਅਪਲੌਜ਼ ਅੱਜ ਮੈਂ ਸਮਝਦਾ ਕਿ ਇਹਨਾਂ ਦੇ ਨਾਂ ਦਾ ਬਣਦਾ। ਔਰ ਅੱਜ ਹਾਜ਼ਰੀਨ ਲੋੜ ਵੀ ਹੈ, ਲੋੜ ਸ਼ਾਇਦ ਅਰਵਿੰਦ ਕੇਜਰੀਵਾਲ ਜੀ ਨੂੰ ਆਪਣੀ ਘੱਟ ਹੈ, ਪਰ ਆਪਾਂ ਨੂੰ ਪੰਜਾਬ ਵਾਲਿਆਂ ਨੂੰ ਅਰਵਿੰਦ ਕੇਜਰੀਵਾਲ ਜੀ ਤੇ ਆਮ ਆਦਮੀ ਪਾਰਟੀ ਦੀ ਵੱਧ ਲੋੜ ਹੈ। ਕਿਉਂਕਿ ਜਿਸ ਤਰੀਕੇ ਦੇ ਨਾਲ ਘੁਣ ਵਾਂਗੂ, ਜੋਕਾਂ ਵਾਂਗੂ ਸਮੇਂ ਦੇ ਹੁਕਮਰਾਨ ਨੇ ਜਿਹੜੇ ਉਹ ਚਿੰਬੜੇ ਹੋਏ ਨੇ ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੇ ਖਜ਼ਾਨੇ ਨੂੰ ਔਰ ਪੰਜਾਬ ਦੇ ਵਪਾਰੀਆਂ ਨੂੰ। ਸਰ ਇੱਕ ਛੋਟੀ ਜਿਹੀ ਐਗਜ਼ਾਮਪਲ ਮੈਂ ਤੁਹਾਨੂੰ ਦੇਵਾਂਗਾ। GST ਰੈਵਨਿਊ, ਸੀਐਮ ਸਾਹਿਬ, ਸਰ GST ਰੈਵਨਿਊ ਦੀ ਕਲੈਕਸ਼ਨ ਜਿਹੜੀ ਜੇ 2016 ਇਹ ਸੈਂਟਰਲ ਗਵਰਨਮੈਂਟ ਦੀਆਂ ਫਿਗਰਸ ਆਈਆਂ ਨੇ, 16-17 ਦੇ ਵਿੱਚ ਜਦੋਂ ਵੈਟ ਸੀਗਾ ਉਹਨਾਂ ਨੇ ਸਾਰੇ ਕੰਪੋਨੈਂਟਸ ਫੈਕਟਰ ਇਨ ਕਰ ਲਏ ਸੀਗੇ। ਉਸ ਸਮੇਂ ਪੰਜਾਬ ਦੇ GST ਦੀ ਕਲੈਕਸ਼ਨ ਸੀਗੀ 18,400 ਕਰੋੜ। ਅੱਜ 4 ਸਾਲ ਬਾਅਦ ਉਹ ਹੋ ਗਈ ਅੱਜ, ਔਰ ਉਸ ਸਮੇਂ 2016-17 ਜਦੋਂ ਪੰਜਾਬ ਦੀ 18,400 ਸੀ ਤੇ ਦਿੱਲੀ ਦੀ 16,400 ਕਰੋੜ ਦੀ ਸੀਗੀ ਐਨੂਅਲੀ। ਤੇ ਅੱਜ 2020-21 ਦੇ ਵਿੱਚ ਜਦੋਂ ਦਿੱਲੀ ਦੀ ਤੁਸੀਂ 16,400 ਤੋਂ ਵਧਾ ਕੇ 34,500 ਕਰੋੜ ਦੀ ਕਰਦੀ, ਪੰਜਾਬ ਦੀ 18,400 ਤੋਂ ਘਟ ਕੇ 13,200 ਕਰੋੜ ਦੀ ਰਹਿ ਗਈ। ਇਹ ਅਰਵਿੰਦ ਕੇਜਰੀਵਾਲ ਜੀ ਜਿਨ੍ਹਾਂ ਨੇ 4 ਸਾਲਾਂ ਦੇ ਵਿੱਚ GST ਦੀ ਜਿਹੜੀ ਰੈਵਨਿਊ ਕਲੈਕਸ਼ਨ ਸੀ ਉਹ ਡਬਲ ਤੋਂ ਵੀ 2,000 ਕਰੋੜ ਵੱਧ ਕਰ ਦਿੱਤੀ। ਪੰਜਾਬ ਇੱਕ ਇੱਥੋਂ ਦੇ ਲੁਟੇਰਿਆਂ ਦੀ ਵਜ੍ਹਾ ਕਰਕੇ ਕੱਲੀ ਇਹੋ ਜਿਹੀ ਸਟੇਟ ਹੈ ਜਿਹਦਾ 5,000 ਕਰੋੜ ਘਟ ਗਿਆ। ਇਸ ਕਰਕੇ ਮੈਂ ਕਹਿੰਦਾ ਕਿ ਅਰਵਿੰਦ ਕੇਜਰੀਵਾਲ ਜੀ ਦੀ ਪੰਜਾਬ ਨੂੰ ਲੋੜ ਹੈ ਅੱਜ। ਔਰ PSPCL PSCRC ਦੇ ਡਾਟਾਜ਼ ਕਹਿੰਦੇ ਨੇ ਕਿ 3 ਸਾਲਾਂ ਦੇ ਵਿੱਚ 14,000 ਕਰੋੜ ਦੀ 14,000 ਇੰਡਸਟਰੀ ਹੈ ਜਿਹੜੀ ਉਹ ਆਪਦਾ ਕਨੈਕਸ਼ਨ ਹੈ ਕਟਵਾ ਕੇ ਬਾਹਰ ਚਲੀ ਗਈ। ਸਿਡਬੀ ਔਰ ਸਿਵਲ ਦੀ ਰਿਪੋਰਟ ਆਈ ਹੈ ਜਿਹੜਾ ਅੱਜ ਤੋਂ 3 ਸਾਲ ਪਹਿਲਾਂ 7ਵੇਂ ਨੰਬਰ ਤੇ ਸੀ ਪੰਜਾਬ, ਅੱਜ ਉਹ ਤਿਲਕ ਕੇ 17ਵੇਂ ਨੰਬਰ ਤੇ ਪਹੁੰਚ ਚੁੱਕਿਆ ਹੈ। ਤੇ ਸਿਰਫ ਔਰ ਸਿਰਫ JNK, ਛੱਤੀਸਗੜ੍ਹ ਔਰ ਝਾਰਖੰਡ ਪੰਜਾਬ ਤੋਂ ਪਿੱਛੇ ਨੇ। ਬਾਕੀ ਸਾਰੀ ਦੇ ਸਾਰੇ ਮੁਲਕ ਦੀਆਂ ਸਟੇਟਾਂ ਨੇ ਜਿਹੜੀਆਂ ਉਹ ਪੰਜਾਬ ਤੋਂ ਅੱਗੇ ਨਿਕਲ ਚੁੱਕੀਆਂ, ਕਿਉਂਕਿ ਸਿਰਫ ਔਰ ਸਿਰਫ ਇੱਥੋਂ ਦੇ ਹੁਕਮਰਾਨਾਂ ਦੀ ਵਜ੍ਹਾ ਕਰਕੇ ਦੋਏ ਹੱਥੀ ਫੌੜੇ ਨਾਲ ਲੁੱਟਦੇ ਰਹੇ ਨੇ, ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਦੇ ਹਾਲਾਤ ਹੋਏ ਨੇ। ਇਸੇ ਕਰਕੇ ਅਸੀਂ ਬਾਰ-ਬਾਰ ਕਹਿੰਦੇ ਆ ਕਿ ਅੱਜ ਅਰਵਿੰਦ ਕੇਜਰੀਵਾਲ ਜੀ ਦੀ ਲੋੜ ਹੈ ਪੰਜਾਬ ਨੂੰ। ਸੋ ਹੁਣ ਮੈਂ ਇਸ ਤੋਂ ਪਹਿਲਾਂ ਕਿ ਹਾਊਸ ਓਪਨ ਕਰਾਂ, ਮੈਂ ਬੇਨਤੀ ਕਰੂੰਗਾ ਸਾਡੇ ਬਹੁਤ ਹੀ ਸਤਿਕਾਰਯੋਗ ਅਮਿਤ ਭੱਲਾ ਜੀ ਨੇ, ਇਹ ਪ੍ਰਸਿੱਧ ਆਟਾ ਮੈਨੂਫੈਕਚਰਰ ਨੇ। ਅਮਿਤ ਜੀ ਪਲੀਜ਼ ਰੇਜ਼ ਯੋਰ ਹੈਂਡ, ਮਾਈਕ ਲੈ ਕੇ ਜਾਓ ਜੀ ਅਮਿਤ ਜੀ ਕੋਲ। ਹੈਲੋ ਅਮਿਤ ਜੀ, ਤੁਸੀਂ ਆਪਣਾ ਜਿਹੜਾ ਇਸ਼ੂ ਹੈ, ਜੋ ਤੁਸੀਂ ਸਲਾਹ ਦੇਣੀ ਚਾਹੁੰਦੇ ਹੋ, ਜੋ ਸੁਜੈਸ਼ਨ ਦੇਣਾ ਚਾਹੁੰਦੇ ਹੋ, ਪਲੀਜ਼ CM ਸਾਹਿਬ ਨਾਲ ਸ਼ੇਅਰ ਕਰੋ ਜੀ। ਸਰ ਦਿਸ ਸਾਈਡ ਵੇਅਰ ਆਈ ਕੈਨਟ ਸੀ ਯੂ ਜੀ। ਸਰ ਮੈਂ ਪਲੀਜ਼ ਕਰਿਓ। ਬਾय प्रोफेशन सर मैं चार्टर्ड अकाउंटेंट ਹਾਂ, CA ਹਾਂ। ਥੋੜਾ ਨੇੜੇ ਲਾ ਲਓ ਜੀ ਮਾਈਕ, ਆਵਾਜ਼ ਨਹੀਂ ਆ ਰਹੀ। ਪਰ ਮੈਂ EMPLOYEE ਟਰਨਡ entrepreneur ਹਾਂ ਤੇ I was in Delhi for 10 years, then I came back to Amritsar and I started my own this company। ਤੇ ਪ੍ਰਸ਼ਾਦਾ ਸਾਡਾ ਬ੍ਰਾਂਡ ਅੰਮ੍ਰਿਤਸਰ ਚੱਲਦਾ। ਸਰ ਰੂਟ ਕਾਜ਼ ਜੋ ਮੈਂ ਫੀਲ ਕੀਤਾ ਹੈ, ਕਿਉਂਕਿ ਮੈਂ ਪੰਜਾਬ ਦੇ ਜੰਮਪਲ ਅੰਮ੍ਰਿਤਸਰ ਰਿਹਾ, ਆਪਾਂ ਇੰਡਸਟਰੀ ਦੀ ਗੱਲ ਕਰਦੇ, ਇੰਡਸਟਰੀ ਚਲਾਏਗਾ ਕੌਣ? ਯੂਥ ਹੈਗਾ ਪੰਜਾਬ 'ਚ? ਨਹੀਂ ਗਾ, ਜਾਈ ਜਾ ਰਿਹਾ। ਮੈਂ ਦੇਖਦਾ ਵਾਂ ਕਿ 18 ਸਾਲ ਦਾ ਬੱਚਾ ਹੁੰਦਾ, ਕਹਿੰਦਾ ਯਾਰ ਕੀ ਕਰਨਾ ਹੈ? ਕਹਿੰਦਾ ਯਾਰ IELTS ਕਰਨੀ ਹੈ। ਹੈਦਰਾਬਾਦ ਮੈਂ ਗਿਆ, ਆਡਿਟ ਕਰਨ ਜਾਂਦਾ ਸੀ, ਮਾਰੂਤੀ ਬੜੀਆਂ ਕੰਪਨੀਆਂ ਦੇ ਆਡਿਟ ਕੀਤੇ, 500 ਫੋਰਚੂਨ 500 ਦੇ ਆਡਿਟ ਕੀਤੇ। I was in PwC, PricewaterhouseCoopers, ਰਾਘਵ ਜੀ ਜਾਣਦੇ ਹੋਣਗੇ। ਤੇ ਉੱਥੇ ਮੈਂ ਦੇਖਦਾ 18 ਸਾਲ ਦਾ ਬੱਚਾ ਐਪ ਬਣਾ ਰਿਹਾ, 100 ਕਰੋੜ ਦਾ ਰੈਵਨਿਊ ਠੋਕ ਰਿਹਾ, ਫੰਡਿੰਗ ਲੈ ਰਿਹਾ। ਇੱਥੇ ਆਪਾਂ ਕੀ ਕਰਦੇ ਪਏ ਹਾਂ? IELTS ਕਰ ਰਹੇ, TOEFL ਕਰ ਰਹੇ। ਪ੍ਰੋਬਲਮ ਕੀ ਹੈ? ਸਾਡੇ ਗ੍ਰਾਸ ਰੂਟ ਤੇ ਯੂਥ ਦੇ ਵਿੱਚ ਮਾਈਂਡਸੈਟ ਨਹੀਂ ਗਾ ਕ੍ਰੀਏਟੀਵਿਟੀ ਦਾ। ਉਹ ਨੌਕਰ ਬਣ ਰਿਹਾ ਬਾਹਰ ਜਾ ਕੇ। ਮੈਂ ਗਿਆ, ਮੈਂ ਬੈਠਾ ਸੀ, ਮੈਂ ਪਾਪਾ ਨੂੰ ਕਿਹਾ ਅੱਜ ਤੋਂ 3 ਸਾਲ ਪਹਿਲਾਂ, ਮੈਂ ਕਿਹਾ ਪਾਪਾ ਯਾਰ ਨੌਕਰੀ ਨਹੀਂ ਹੁੰਦੀ, ਕੁਛ ਆਪਣਾ ਕਰਨਾ। ਮੈਂ ਕਿਹਾ ਪਾਪਾ ਮੈਂ ਅੰਮ੍ਰਿਤਸਰ ਆਉਣਾ। ਕਹਿੰਦੇ ਯਾਰ ਇਹ ਚੱਕੀ ਗਈ ਹੈ, ਕੀ ਕਰੇਂਗੇ ਇਹਦੇ 'ਚ? ਮੈਂ ਕੁਛ ਨਾ ਕੁਛ ਕਰਾਂਗੇ। ਮੈਂ ਆਇਆ ਸਰ, ਆਪਣਾ ਬ੍ਰਾਂਡ ਲਾਂਚ ਕੀਤਾ, ਪ੍ਰਸ਼ਾਦਾ ਬਣਾਇਆ। ਮੈਂ ਇੱਥੋਂ ਦੇ ਲੋਕਾਂ ਨੂੰ ਅੱਜ ਤੋਂ 30-40 ਸਾਲ ਪੁਰਾਣਾ ਟੇਸਟ ਦਿੱਤਾ, ਮਾਰਕੀਟਿੰਗ ਕੀਤੀ, ਫੇਸਬੁੱਕ ਤੇ ਸੋਸ਼ਲ ਮੀਡੀਆ, ਡਿਜੀਟਲ ਮਾਰਕੀਟਿੰਗ, ਬਹੁਤ ਚੀਜ਼ਾਂ, ਬਹੁਤ ਕ੍ਰੀਏਟੀਵਿਟੀ ਕੀਤੀ। ਮੈਂ ਇੱਥੋਂ ਦਾ ਹੀ ਜੰਮਿਆ ਸਰ, ਮੈਂ ਇੱਥੋਂ ਹੀ ਚੀਜ਼ਾਂ ਸਿੱਖੀਆਂ, ਉੱਥੇ ਬਾਹਰ ਦਿੱਲੀ ਆ ਕੇ ਕੀਤੀਆਂ। ਤੇ ਮੈਨੂੰ ਲੱਗਦਾ ਸਭ ਤੋਂ ਵੱਡੀ ਪ੍ਰੋਬਲਮ ਸਾਡੀ ਜਿਹੜੀ ਯੂਥ ਦੀ ਹੈ ਕਿ ਯੂਥ ਨੂੰ ਰੋਕਿਆ ਜਾਵੇ। ਇੱਥੇ ਹੀ ਸੋਚ ਕੇ ਜਾਂਦਾ
ਯਾਰ ਪੀਆਰ ਮਿਲ ਜੇਗੀ ਜਾਂ ਸਿਟੀਜ਼ਨਸ਼ਿਪ ਮਿਲ ਜੇਗੀ ਕੈਨੇਡਾ। ਕੀ ਚੱਲ ਰਿਹਾ ਸਾਡੇ ਪੰਜਾਬ 'ਚ? ਪੰਜਾਬ ਤੇ ਖਾਲੀ ਹੋ ਜਾਏਗਾ। ਲੋਕੀ ਕਹਿੰਦੇ ਭਾਜੀ ਜਲੰਧਰ ਜਾਓ, ਯੂਪੀ ਵਾਲਿਆਂ ਜ਼ਮੀਨਾਂ ਸੰਭਾਲੀਆਂ ਹੋਈਆਂ, ਇਹਨਾਂ ਨੇ ਜ਼ਮੀਨਾਂ ਸੰਭਾਲੀ ਕਿਉਂ? ਉਹ ਇੱਕ ਬੰਦਾ ਨਹੀਂ ਰਹਿਣ ਦੇ ਰਹੇ ਘਰ, ਸਾਰੇ ਹੀ ਕਹਿੰਦਾ ਬਾਪੇ ਵੀ ਲੈ ਜਾਓ, ਜ਼ਮੀਨਾਂ ਹੀ ਵੇਚ ਦਿਓ। ਕੈਨੇਡਾ ਵਾਲੇ ਤੇ ਕਹਿੰਦੇ ਆ ਜ਼ਮੀਨਾਂ ਵੇਚੋ ਤੇ ਪੈਸੇ ਇੱਧਰ ਲਿਆਓ, ਉਹਨਾਂ ਨੂੰ ਤੇ ਵਧੀਆ ਫੰਡਸ ਆ ਰਹੇ ਉਹਨਾਂ ਕੋਲ। 1 ਕਰੋੜ 1.5 ਕਰੋੜ ਪੋਪੂਲੇਸ਼ਨ ਆ, ਪੈਸੇ ਆ ਰਹੇ ਆ ਜ਼ਮੀਨਾਂ ਵੇਚ ਕੇ। ਤੇ ਇਹ ਸਭ ਤੋਂ ਵੱਡਾ ਪ੍ਰੋਬਲਮ ਹੈ। ਪੰਜਾਬ ਦੀ ਇੰਡਸਟਰੀ ਕਿੱਦਾਂ ਵਧੇਗੀ ਜੇ ਯੂਥ ਹੀ ਨਹੀਂਗਾ? ਯੂਥ ਨੂੰ ਸੰਭਾਲੋ। ਬਜ਼ੁਰਗਾਂ ਨੇ ਥੋੜੀ ਵਪਾਰ ਕਰਨਾ, ਵਪਾਰ ਤੇ ਗਰਮ ਖੂਨ ਨੇ ਕਰਨਾ, ਵਪਾਰ ਤੇ ਕ੍ਰੀਏਟੀਵਿਟੀ ਤੋਂ ਆਏਗਾ। ਜੋ ਚੀਜ਼ ਹੀ ਨਹੀਂ ਹੋਏਗੀ ਵਪਾਰ ਕਿੱਦਾਂ ਚੱਲੇਗਾ? ਦੂਸਰੀ ਚੀਜ਼, ਚਲੋ ਐਨਆਰਆਈ ਸਭ ਤੋਂ ਜ਼ਿਆਦਾ ਪੰਜਾਬ ਦਾ, ਕਿਹੜੇ ਮੰਤਰੀ ਕਿਹੜੇ ਬੰਦੇ ਨੇ ਅੱਜ ਤੱਕ ਕਿਹਾ ਯਾਰ ਐਨਆਰਆਈ ਕੋ ਪੈਸਾ ਹੀ ਲੈ ਆਓ ਪੰਜਾਬ 'ਚ, ਵਪਾਰ ਹੀ ਲਾ ਲਓ, ਉਹਨਾਂ ਨੂੰ ਕੋਈ ਇਨਸੈਂਟਿਵ ਹੀ ਦੇ ਦਿਓ। ਕਿਸੇ ਵੀ ਪੰਜਾਬੀ ਬੰਦੇ ਨੂੰ ਕੈਨੇਡਾ ਵੈਂਕੂਵਰ 'ਚ ਬੈਠੇ ਬੰਦੇ ਨੂੰ ਪੁੱਛੋ, ਕਹਿੰਦਾ ਯਾਰ ਕੀ ਕੰਮ ਕਰਨਾ ਤੂੰ? ਕਹਿੰਦਾ ਯਾਰ ਮੇਰਾ ਦਿਲ ਕਰਦਾ ਮੈਂ ਆਪਣੇ ਪਿੰਡ ਚਲਾ ਜਾਵਾਂ। ਇਹੀਓ ਕਹਿੰਦਾ। ਬਹੁਤ ਯਾਦ ਆਉਂਦੀ ਉਹਨਾਂ ਨੂੰ, ਬਹੁਤ ਕੰਮ ਕਰਦਾ, ਹੱਡ ਧੋਰ ਮਿਹਨਤ ਕਰਦਾ, ਸਾਰਾ ਦਿਨ ਮਿਹਨਤ ਕਰਦਾ ਵਾ, ਕੋਈ ਉਹਨੂੰ ਦਿਨ ਰਾਤ ਮਿਹਨਤ ਕਰਦਾ, ਆਪਣੇ ਕਰਜ਼ੇ ਲਾਉਂਦਾ। ਪਰ ਜੇ ਆਪਾਂ ਉਹਨਾਂ ਨੂੰ ਇਨਸੈਂਟੀਵਾਈਜ਼ ਕਰੀਏ, ਉਹਨਾਂ ਕੋਲ ਯਾਰ ਵਾਪਸ ਆਓ ਆਪਣੇ ਇੱਥੇ ਵਪਾਰ ਲਾਓ, ਕੋਈ ਆਪਾਂ ਸੈੱਲ ਬਣਾਈ, ਐਂਟਰਪ੍ਰੀਨਿਓਰਸ਼ਿਪ ਸੈੱਲ ਬਣਾਈ ਉਹਨਾਂ ਨੂੰ ਇੱਥੇ ਵਪਾਰ ਲਾਉਣ ਵਾਸਤੇ। ਮੇਰੀ ਸੁਜੈਸ਼ਨ ਹੈ ਤੁਹਾਨੂੰ ਕਿ ਜੇ ਚਲਾ ਹੀ ਗਿਆ ਤਾਂ ਉਹਨੂੰ ਵਾਪਸ ਲਿਆਈਏ। ਇੰਨਾ ਪੈਸਾ ਪੰਜਾਬੀਆਂ ਕੋਲ, ਇੰਨਾ ਪੈਸਾ, ਟੈਸਲਾ, ਮਾਈਕਰੋਸਾਫਟ, ਇਨਫੋਸਿਸ, ਮਤਲਬ ਇੰਡੀਆ ਤਗੜੇ MNCs, ਫੇਸਬੁੱਕ ਦੇ ਵਿੱਚ ਆਪਾਂ ਦੇਖਦੇ ਹਾਂ ਕਿ ਇੰਡੀਅਨਸ ਪੰਜਾਬੀ ਬੈਠੇ ਹੋਏ ਜਿਹੜੇ ਉਹਦੇ ਜੌਬ ਕਰਦੇ ਆ, ਤੇ ਆਪਾਂ ਉਹਨਾਂ ਨੂੰ ਕਿਉਂ ਨਹੀਂ ਲਿਆ ਸਕਦੇ? ਮੈਂ ਵੀ ਆਇਆ ਵਾਪਸ, ਆਈ ਵਾਜ਼ ਇਨ ਦਿੱਲੀ ਤੇ ਵਾਪਸ ਆਏ। ਥੈਂਕ ਯੂ ਅਮਿਤ ਜੀ। ਅਮਿਤ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਹੈ, ਔਰ ਮੈਂ ਇਹਦੇ ਸਰ ਇੱਕ ਗੱਲ ਜ਼ਰੂਰ ਐਡ ਕਰੂੰਗਾ ਕਿ ਇੱਥੋਂ ਦਾ ਅਮਿਤ ਜੀ ਪੋਲੀਟੀਕਲ ਲੀਡਰਸ਼ਿਪ ਦਾ ਇੰਨਾ ਕੁ ਪਿਛਲੇ 2 ਮਹੀਨੇ ਪਹਿਲਾਂ ਸੁਖਬੀਰ ਬਾਦਲ ਜੀ ਨੇ ਅਕਾਲੀ ਦਲ ਦਾ 13 ਪੁਆਇੰਟ ਏਜੰਡਾ ਐਲਾਨ ਕੀਤਾ, ਜਿਹਦੇ 'ਚ ਇੱਕ ਪੁਆਇੰਟ ਇਹ ਸੀਗਾ ਕਿ ਜੇ ਪੰਜਾਬ ਦਾ ਕੋਈ ਬੱਚਾ ਆਇਲਟਸ ਕਰਕੇ ਬਾਹਰ ਜਾਣਾ ਚਾਹੁੰਦਾ ਤਾਂ ਉਹਨੂੰ ਪੰਜਾਬ ਸਰਕਾਰ ਅਕਾਲੀ ਦਲ ਦੀ ਜੇਬ ਬਣ ਜਾਂਦੀ ਹੈ ਤਾਂ 10 ਲੱਖ ਰੁਪਇਆ ਉਹਨੂੰ ਲੋਨ ਫ੍ਰੀ ਔਰ ਗਰੰਟੀ ਫ੍ਰੀ ਲੋਨ ਦਿੱਤਾ ਜਾਏਗਾ। ਇਹਨਾਂ ਨੂੰ ਇਹ ਪੁੱਛੇ ਕੋਈ ਅੱਜ ਤੋਂ 10 ਕੁ ਸਾਲ ਤਾਂ ਪਹਿਲਾਂ ਕਹਿੰਦੇ ਸੀਗੇ ਕਿ ਤੁਸੀਂ ਸਾਡੀ ਸਰਕਾਰ ਲਿਆਓ, ਅਸੀਂ ਪੰਜਾਬ ਨੂੰ ਕੈਲੀਫੋਰਨੀਆ ਬਣਾ ਦਾਂਗੇ, ਹੁਣ ਕਹਿੰਦੇ ਨੇ ਸਾਡੇ ਤੋਂ ਨਹੀਂ ਬਣਿਆ ਹੈਗਾ, ਤੁਸੀਂ ਉੱਧਰ ਨਹੀਂ ਜਾਓ। ਆਹ ਇੰਟੈਲੈਕਚੁਅਲ ਬੈਂਕਰਪਸੀ ਹੈ ਅਕਾਲੀ ਦਲ ਤੇ ਕਾਂਗਰਸ ਦੇ ਲੀਡਰਾਂ ਦੀ। ਸੋ ਹੁਣ ਮੈਂ ਬੇਨਤੀ ਕਰੂੰਗਾ ਸੰਜੀਵ ਸਹਿਗਲ ਜੀ ਨੂੰ, ਇਹ ਜੁਐਲਰੀ ਦਾ ਕੰਮ ਕਰਦੇ ਨੇ, ਰਿਨੋਨ ਬਿਜ਼ਨਸਮੈਨ ਨੇ ਸਰ ਅੰਮ੍ਰਿਤਸਰ ਦੇ ਜੀ। नमस्कार सर, मेरा नाम संजीव सैगल है, मैं 30 साल तो ज्वेलरी बिजनेस 'ਚ। ਸਰ ਮੈਂ ਕਹਿਣਾ ਚਾਹ ਰਿਹਾ ਕਿ ਵਪਾਰੀ ਨੂੰ ਰਾਜੇ ਦੀ ਸਟੇਟ ਦੀ ਰੀੜ੍ਹ ਦੀ ਹੱਡੀ ਮੰਨਿਆ ਗਿਆ ਸ਼ੁਰੂ ਤੋਂ, ਲੇਕਿਨ ਪਿਛਲੇ 70-74 ਸਾਲਾਂ ਤੋਂ ਕਹਿਣ ਦੀਆਂ ਗੱਲਾਂ ਉਹ ਰੀੜ੍ਹ ਦੀ ਹੱਡੀ ਹੈ। ਕਦੀ ਰੀੜ੍ਹ ਦੀ ਹੱਡੀ 'ਤੇ ਤਾਂ ਕਿਸੇ ਨੇ ਤੇਲ ਨਹੀਂ ਲਾਇਆ, ਸਭ ਗੱਲਾਂ 'ਚ ਹੀ ਰਹਿ ਗਿਆ, ਕਿਤਾਬਾਂ 'ਚ ਹੀ ਰਹਿ ਗਿਆ, ਦਿੱਤਾ ਕਿਸੇ ਨੇ ਕਦੀ ਕੁਛ ਨਹੀਂ। 74 ਸਾਲਾਂ ਤੋਂ ਵਪਾਰੀ ਨੂੰ ਕਦੀ ਕਿਸੇ ਸਰਕਾਰ ਨੇ ਵੀ ਇੱਕ 10 ਰੁਪਏ 100 ਰੁਪਇਆ ਵੀ ਮੁਆਵਜ਼ਾ ਨਹੀਂ ਦਿੱਤਾ ਹੋਣਾ। ਤੁਸੀਂ ਫੋਰਨ 'ਚ ਦੇਖੋ ਕਿਸ ਤਰ੍ਹਾਂ ਕਰੋਨਾ ਕਾਲ ਹੋਇਆ, ਕਈ ਕੁਛ ਉਹਨਾਂ ਨੂੰ ਦਿੱਤਾ, ਜਿੰਨਾ ਕਿਸੇ ਦਾ ਟੈਕਸ ਦਾ ਸਲੈਬ ਰੇਟ ਸੀ ਉਸ ਅਨੁਸਾਰ। ਤੁਸੀਂ ਵੀ ਸਰ 3 ਗਰੰਟੀਆਂ ਦਿੱਤੀਆਂ ਜਿਹੜੀਆਂ ਬਹੁਤ ਵਧੀਆ ਸੀ, ਜਿਹਦੀ ਕਾਪੀ ਕਰੀ ਜਾ ਰਹੇ ਦਵਾ ਦੂਜੀ ਪਾਰਟੀਆਂ ਵਾਲੇ। ਪਹਿਲੀ ਜਿਹੜੀ ਆਪਣਾ ਤੁਸੀਂ ਬਿਜਲੀ ਦੀ, ਸੈਕਿੰਡ ਹੈਲਥ ਦੀ, ਕੱਲ ਜਿਹੜੀ ਤੁਸੀਂ ਲੇਡੀਜ਼ ਵਾਸਤੇ ਗਰੰਟੀ ਦਿੱਤੀ ਬਹੁਤ ਅੱਛੀ ਸੀ, ਸ਼ਾਇਦ ਹਾਲੀ ਤੱਕ ਉਹਦੀ ਕਾਪੀ ਨਹੀਂ ਹੋਈ। ਸਰ ਮੈਂ ਚਾਹ ਰਿਹਾ ਸੀ ਕਿ ਵਪਾਰੀਆਂ ਵਾਸਤੇ ਵੀ ਤੁਸੀਂ ਕੋਈ ਗਰੰਟੀ ਦਿਓ ਕਿ ਜਿਹਦੇ ਨਾਲ ਵਪਾਰੀ ਵਰਗ ਵੀ ਖੁਸ਼ੀ ਆਮ ਆਦਮੀ ਪਾਰਟੀ ਨਾਲ ਜੁੜੇ ਔਰ ਵੱਧ ਚੜ ਕੇ ਇਸ ਮੁਹਿੰਮ 'ਚ ਹਿੱਸਾ ਲਵੇ। ਉਹ ਗਰੰਟੀ ਸਿਰਫ ਵਪਾਰੀ ਨੂੰ ਹੋਰ ਕੁਝ ਨਹੀਂ ਚਾਹੀਦਾ, ਇੱਕੋ ਚੀਜ਼ ਚਾਹੀਦੀ ਹੈ ਕਿ ਉਹਦੀ ਲਾਈਫ ਸਿਕਿਉਰਡ ਹੋਵੇ, ਕਿ ਉਹਨੂੰ ਜਿਸ ਤਰ੍ਹਾਂ ਲਾਈਫ ਇੰਸ਼ੋਰੈਂਸ ਵਗੈਰਾ, ਕਿ ਜਿਹਦੇ ਨਾਲ ਉਹਦਾ ਪਰਿਵਾਰ ਸੇਫ ਹੋਵੇ। ਸਰ ਜਿਸ ਲਈ ਉਹਦਾ ਪਰਿਵਾਰ ਸੇਫ ਹੋਏਗਾ ਨਾ, ਉਹਦੇ ਸਿਰ 'ਤੇ ਉਹਦੇ ਬ੍ਰੇਨ 'ਤੇ ਬਰਡਨ ਬਹੁਤ ਘੱਟ ਹੋਏਗਾ, ਉਹ ਵੱਧ ਚੜ ਕੇ ਇਸ ਮੁਹਿੰਮ 'ਚ ਹਿੱਸਾ ਲਏਗਾ ਔਰ ਸਰਕਾਰ ਨੂੰ ਤਰੱਕੀ 'ਤੇ ਲੈ ਕੇ ਜਾਣ 'ਚ ਪੂਰਾ ਯੋਗਦਾਨ ਕਰੇ। ਬਸ ਸਰ ਇਹੋ ਹੀ ਮੇਰੀ ਰਿਕੁਐਸਟ ਹੈ ਕਿ ਇਹ ਸਾਰੇ ਵਪਾਰੀਆਂ ਵਾਸਤੇ, ਇਹ ਨਹੀਂ ਕਿ ਜੂਲਰਾਂ ਵਾਸਤੇ, ਸਾਰੇ ਵਪਾਰੀਆਂ ਵਾਸਤੇ ਮੈਂ ਕਹਿ ਰਿਹਾ। ਥੈਂਕ ਯੂ ਸਰ। ਥੈਂਕ ਯੂ ਸੰਜੀਵ ਜੀ। ਮੈਂ ਤੁਹਾਨੂੰ ਰਿਮਾਈਂਡ ਕਰਾਵਾਂ ਜੀ ਕਿ ਜਦੋਂ ਮੋਦੀ ਸਰਕਾਰ ਆਈ 2014 ਦੇ ਵਿੱਚ, ਉਦੋਂ ਸੈਂਟਰਲ ਡਿਊਟੀ ਲਗਾਉਣ ਲੱਗੇ ਸੀਗੀ ਜੀ, ਤੇ ਉਹ ਅਰਵਿੰਦ ਕੇਜਰੀਵਾਲ ਜੀ ਹੀ ਸੀਗੇ ਜਿਨ੍ਹਾਂ ਨੇ ਤੁਹਾਡੇ ਇੱਥੇ ਪੰਜਾਬ ਦੇ ਵਿੱਚ ਪ੍ਰੋਟੈਸਟ ਦੇ ਵਿੱਚ ਵੀ ਸ਼ਾਮਲ ਹੋਏ ਤੇ ਜਿਊਲਰਸ ਨੂੰ ਲੈ ਕੇ ਪ੍ਰੈਜ਼ੀਡੈਂਟ ਆਫ ਇੰਡੀਆ ਕੋਲ ਲੈ ਕੇ ਸਰ, ਸ਼ਾਇਦ ਤੁਹਾਡੇ ਧਿਆਨ ਦੇ ਵਿੱਚ ਹੋਏਗਾ, ਤੇ ਉਸ ਸਮੇਂ ਸੀਗਾ ਕਿ ਜਿਹਦੀ ਵਜ੍ਹਾ ਕਰਕੇ ਉਹ ਰੁਕ ਗਿਆ ਸੀਗਾ। ਸੋ ਅਰਵਿੰਦ ਜੀ ਹਮੇਸ਼ਾ ਵਪਾਰੀਆਂ ਦੇ ਨਾਲ ਖੜੇ ਨੇ ਜੀ। ਹੁਣ ਮੈਂ ਬੇਨਤੀ ਕਰੂੰਗਾ ਰਮਨਪ੍ਰੀਤ ਜੀ ਨੂੰ, ਸ਼ਾਪਕੀਪਰ ਨੇ ਅੰਮ੍ਰਿਤਸਰ ਤੋਂ। ਰਮਨ ਜੀ। ਸਭ ਤੋਂ ਪਹਿਲਾਂ ਸਟੇਜ ਦੇ ਉੱਪਰ ਬਿਰਾਜਮਾਨ
ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ। ਤੇ ਮੈਂ ਸਭ ਤੋਂ ਪਹਿਲਾਂ ਫਤਿਹ ਬੁਲਾਉਣਾ ਚਾਹੁੰਦਾ, ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ। ਤੇ ਸਰ ਮੈਂ ਇਹ ਅੰਮ੍ਰਿਤਸਰ ਦਾ ਇੱਕ ਦੁਕਾਨਦਾਰ ਹੈ, ਮੇਰੀ ਦੁਕਾਨ ਹੈ ਐਨਕਾਂ ਦੀ। ਤੇ ਸਰ ਮੈਂ ਇਹ ਕਹਿਣਾ ਚਾਹੁੰਦਾ, ਜਿਵੇਂ ਅੰਮ੍ਰਿਤਸਰ ਦੇ ਵਿੱਚ ਜਿਸ ਤਰ੍ਹਾਂ ਕੋਈ ਵੀ ਨਗਰ ਨਿਗਮ ਨੂੰ ਅਸੀਂ ਸਾਰੇ ਟੈਕਸ ਵਗੈਰਾ ਪੇ ਕਰਦੇ ਹਾਂ, ਲਾਇਸੈਂਸ ਫੀਸ ਹੋ ਗਈ ਆ ਜਾਂ ਪ੍ਰੋਪਰਟੀ ਟੈਕਸ ਹੋ ਗਏ ਜਾਂ ਹਰ ਤਰ੍ਹਾਂ ਦੇ ਕਿੰਨੇ ਵੀ ਟੈਕਸ ਸੂਬਾ ਸਰਕਾਰ ਵੱਲੋਂ ਹੁੰਦੇ ਆ ਅਸੀਂ ਪੇ ਕਰਦੇ ਹਾਂ, ਪਰ ਜੋ ਵੀ ਮਤਲਬ ਕਿ ਅੰਮ੍ਰਿਤਸਰ ਦੀ ਲੋਕਲ ਗੌਰਮੈਂਟ ਹੈਗੀ ਆ ਉਹ ਸਾਡੀ ਕੰਪਲੇਂਟ ਦੇ ਉੱਪਰ ਕੋਈ ਕੰਮ ਨਹੀਂ ਕਰਦੀ। ਅਸੀਂ ਉਹਨਾਂ ਨੂੰ ਕੰਪਲੇਂਟ ਦਿੰਦੇ ਹਾਂ ਕਿ ਸਾਡੀ ਸੜਕ ਦੇ ਅੱਗੇ ਇਨਫਰਾਸਟਰਕਚਰ ਖਰਾਬ ਆ, ਕੋਈ ਪਾਣੀ ਖਲੋਂਦਾ ਹੈ, ਕੋਈ ਪਾਣੀ ਨਹੀਂ ਆ ਰਿਹਾ ਜਾਂ ਲਾਈਟ ਨਹੀਂ ਆ ਰਹੀ, ਕੋਈ ਵੀ ਮਤਲਬ ਕਿ ਅੰਮ੍ਰਿਤਸਰ ਦੀ ਸਮੱਸਿਆ ਹੁੰਦੀ ਆ ਉਹਨੂੰ ਸਰਕਾਰ ਦੂਰ ਨਹੀਂ ਕਰਦੀ, ਚਾਹੇ ਇੰਕਰੋਚਮੈਂਟ ਦੀ ਸਮੱਸਿਆ ਹੈ ਚਾਹੇ ਕੋਈ ਵੀ ਸਮੱਸਿਆ ਹੈਗੀ ਹੈ। ਤੇ ਮੈਂ ਇਹ ਚਾਹੁੰਦਾ ਕਿ ਆਮ ਆਦਮੀ ਪਾਰਟੀ ਜਿਹੜੀ ਆਵੇ ਉਹ ਹਰ ਤਰ੍ਹਾਂ ਦਾ ਸੁਧਾਰ ਕਰੇ ਜੋ ਕਿ ਦੁਕਾਨਦਾਰ ਨੂੰ ਕਾਰੋਬਾਰ ਕਰਨਾ ਸੁਖਾਲਾ ਹੋਵੇ। ਤੇ ਜਿਹੜੇ ਟੈਕਸਾਂ ਦੀ ਫੀਸ ਆ ਉਹਨੂੰ ਵੀ ਨੋਮੀਨੀ ਮਤਲਬ ਕੀਤਾ ਜਾਵੇ, ਜਿਹੜੀ ਟੈਕਸ ਦੀ ਫੀਸ ਹੈਗੀ ਬਹੁਤ ਜ਼ਿਆਦਾ ਹੈਗੀ ਆ। ਤੇ ਤੁਹਾਨੂੰ ਸਾਰਿਆਂ ਨੂੰ ਪਤਾ ਪਿੱਛੇ ਜੇ ਮਤਲਬ ਕਿ ਜੋ ਵੀ ਹਾਲਤ ਬਣੇ ਆ, ਨੋਟਬੰਦੀ ਹੋਈ ਆ, ਕਰੋਨਾ ਦਾ ਵੀ ਸਮਾਂ ਆਇਆ ਤੇ ਕਾਰੋਬਾਰ ਦੇ ਕੀ ਹਾਲਤ ਰਹੇ ਨੇ। ਬਾਕੀ ਸਰ ਇਸ ਤੋਂ ਇਲਾਵਾ ਮੈਂ ਕਹਿਣਾ ਚਾਹੁੰਦਾ ਜਿਹੜੇ ਦੁਕਾਨਦਾਰ ਹੈਗੇ ਆ, ਅਗਰ ਉਹਨਾਂ ਨੂੰ ਵਪਾਰ ਲਈ ਚੰਗਾ ਮਾਹੌਲ ਦਿੱਤਾ ਜਾਊਗਾ ਤੇ ਉਹ ਤਾਂ ਹੀ ਲੋਕਾਂ ਲਈ ਜਿਹੜੇ ਹੈਗੇ ਰੁਜ਼ਗਾਰ ਪੈਦਾ ਕਰੂਗਾ, ਕਿਉਂਕਿ ਜਿਹੜਾ ਦੁਕਾਨਦਾਰ ਹੁੰਦਾ ਹੈ ਉਹ ਕਈ ਘਰਾਂ ਨੂੰ ਰੁਜ਼ਗਾਰ ਦੇ ਸਕਦਾ ਹੈ। ਪਰ ਜੇ ਚੰਗਾ ਮਾਹੌਲ ਹੋਏਗਾ ਦੇਸ਼ ਵਿੱਚ ਕਾਰੋਬਾਰ ਕਰਨ ਦਾ ਤੇ ਉਹ ਤਾਂ ਹੀ ਸਾਰੇ ਦੇਸ਼ ਦੀ ਜਾਂ ਆਪਣੇ ਸ਼ਹਿਰ ਦੀ ਅਰਥ ਵਿਵਸਥਾ ਨੂੰ ਚੰਗਾ ਕਰ ਸਕਦਾ ਹੈ। ਇਹ ਸਰ ਮੇਰੀ ਬੇਨਤੀ ਤੁਹਾਨੂੰ। ਬਹੁਤ ਬਹੁਤ ਧੰਨਵਾਦ ਰਮਨ ਜੀ। ਗੁੱਡ ਗਵਰਨੈਂਸ ਔਰ ਈਜ਼ ਔਰ ਡੂਇੰਗ ਬਿਜ਼ਨਸ ਤਾਂ ਅਰਵਿੰਦ ਜੀ ਦੀ ਵੈਸੀ ਸਟਰੈਂਥ ਨੇ। ਸੋ ਹੁਣ ਮੈਂ ਬੇਨਤੀ ਕਰੂੰਗਾ ਸਰ ਗੁਰਜੀਤ ਸਿੰਘ ਸੇਖੋਂ ਜੀ। ਗੁਰਜੀਤ ਜੀ ਸੇਖੋਂ ਸਾਹਿਬ ਤੁਸੀਂ ਆਪਣਾ ਪੁਆਇੰਟ। ਮਾਨਯੋਗ ਅਰਵਿੰਦ ਜੀ, ਕੋਈ ਵੀ ਸ਼ਹਿਰ 'ਚ ਇੰਡਸਟਰੀ ਫੋਕਲ ਪੁਆਇੰਟ ਤੇ ਲੱਗਦੀ ਹੈ। ਅੰਮ੍ਰਿਤਸਰ ਦਾ ਫੋਕਲ ਪੁਆਇੰਟ ਸਭ ਤੋਂ ਜ਼ਿਆਦਾ ਨਿਗਲੈਕਟਡ ਹੈ। ਇੱਥੇ ਜ਼ਮੀਨ ਅਲੋਟਡ ਹੈਗੀ ਆ ਫॉर ESI ਹਸਪੀਟਲ, ਪਾਵਰ ਪੰਪ ਸਟੇਸ਼ਨ ਐਂਡ ਫਾਇਰ ਬ੍ਰਿਗੇਡ, ਪਰ ਅੱਜ ਤੱਕ ਨਹੀਂ ਲੱਗੇ। ਸੈਂਟਰਲ ਗਵਰਨਮੈਂਟ 85% ਦਿੰਦੀ ਹੈ ESI ਹਸਪੀਟਲ ਨੂੰ ਬਣਾਉਣ ਦੇ ਲਈ, ਪਰ ਕੁਝ ਵੀ ਇਹ ਨਹੀਂ ਕੀਤਾ ਗਿਆ। ਮੈਂ ਤੁਹਾਨੂੰ ਆਹ ਰਿਕੁਐਸਟ ਕਰਾਂਗਾ ਕਿ ਇੱਥੇ ਦੀਆਂ ਸੜਕਾਂ, ਇੱਥੇ ਦਾ ਸੀਵਰੇਜ, ਜੇ ਤੁਸੀਂ ਤੁਹਾਡੇ ਜਿਹੜੇ ਮੈਂਬਰਸ ਨੇ ਉਹ ਜਾਂਦੇ ਹੋਣਗੇ, ਦੇਖਦੇ ਹੋਣਗੇ, ਇਹ ਪਲੀਜ਼ ਫੋਕਲ ਪੁਆਇੰਟ ਤੇ ਜ਼ਰੂਰ ਆਪਣੀ ਫੋਕਸ ਕਰੋ। ਅੱਜ ਜਿਹੜੀ ਆਟੋ ਇੰਡਸਟਰੀ ਹੈ ਇਹ ਬਹੁਤ ਲੋਕਾਂ ਨੂੰ ਕੰਮ ਦਿੰਦੀ ਹੈ ਤੇ ਆਹ ਦੇਖਿਆ ਗਿਆ ਕਿ ਅੱਗੇ ਜਦੋਂ ਵੀ ਕਾਰਾਂ ਕੋਈ ਲੈਂਦਾ ਸੀ ਤੇ ਉਹ ਸੀ ਫਾਰਮ ਦੇ ਉੱਤੇ ਕਾਰਾਂ ਆਪਣੀਆਂ ਖਰੀਦਦਾ ਸੀ। ਜਦੋਂ ਮਹੀਨੇ 'ਚ ਜਿੰਨੀਆਂ ਕਾਰਾਂ ਵਿਕ ਜਾਂਦੀਆਂ ਸੀ ਉਹਦਾ ਟੈਕਸ ਜਮ੍ਹਾਂ ਕਰਾ ਦਿੰਦਾ ਸੀ। ਹੁਣ ਸੈਂਟਰਲ ਗਵਰਨਮੈਂਟ ਨੇ ਤੁਹਾਨੂੰ ਐਟ ਦ ਗੇਟ, ਤੁਹਾਨੂੰ ਜੇ ਤੁਸੀਂ 100 ਕਾਰਾਂ ਲਈਆਂ ਤੇ 100 ਦਾ ਤੁਹਾਨੂੰ ਟੈਕਸ ਜਮ੍ਹਾਂ ਕਰਾਉਣਾ ਪਏਗਾ। ਜੇ ਤੁਹਾਡੀਆਂ 50 ਵਿਕੀਆਂ ਨੇ ਤੇ ਬਾਕੀ 50 ਅਗਲੇ 2 ਮਹੀਨਿਆਂ 'ਚ ਵਿਕੀਆਂ ਨੇ, ਤੁਹਾਡੇ ਤੇ ਜਿਹੜਾ ਇੰਟਰਸਟ ਹੈਗਾ, ਜਿਹੜਾ ਤੁਸੀਂ GST ਦਿੱਤਾ ਉਹ ਵੱਧਦਾ ਜਾਂਦਾ ਤੇ ਤੁਹਾਨੂੰ ਉਹ ਪੈਸਾ ਮਿਲਦਾ ਨਹੀਂ ਹੈ। ਇਹਦੇ ਕਰਕੇ ਆਉਣ ਵਾਲੇ ਟਾਈਮ ਵਿੱਚ ਬੜੀਆਂ ਆਟੋਮੋਬਾਈਲ ਜਿਹੜੀਆਂ ਕੰਪਨੀਜ਼ ਨੇ ਉਹ ਆਪਣਾ ਕਾਰੋਬਾਰ ਬੰਦ ਕਰਨਗੀਆਂ। ਅੰਮ੍ਰਿਤਸਰ ਜੇ ਅੱਜ ਦੇ ਦਿਨ 'ਚ ਜ਼ਿੰਦਾ ਹੈ ਤੇ ਉਹ ਟੂਰਿਜ਼ਮ ਕਰਕੇ ਹੈ। ਗੋਲਡਨ ਟੈਂਪਲ ਤੇ ਜਿਹੜੇ ਸਾਡੇ ਹੋਰ ਟੈਂਪਲਸ ਅੰਮ੍ਰਿਤਸਰ ਦੇ ਵਿੱਚ ਨੇ, ਸਾਨੂੰ ਲੋੜ ਹੈਗੀ ਹੈ ਕਿ ਇੱਥੇ ਕੁਝ ਥੀਮ ਪਾਰਕਸ ਜਿਵੇਂ ਡਿਜ਼ਨੀਲੈਂਡ ਜਾਂ ਯੂਨੀਵਰਸਲ ਸਟੂਡੀਓ ਵਰਗੇ ਬਣਾਏ ਜਾਣ ਤਾਂ ਕਿ ਇੱਥੇ ਜਿਹੜੇ ਲੋਕ ਆਉਣ ਉਹ 3-4 ਦਿਨ ਰਹਿਣ, ਉਹਦੇ ਨਾਲ ਹਰੇਕ ਇਨਸਾਨ ਨੂੰ ਫਾਇਦਾ ਮਿਲੇਗਾ। ਐਗਰੋ ਇੰਡਸਟਰੀ, ਮੈਂ ਐਗਰੀਕਲਚਰ ਦੀ ਮੇਰੀ ਬੈਕਗਰਾਊਂਡ ਹੈ। 40% ਕਣਕ ਇੰਡੀਆ ਦੀ ਪੰਜਾਬ ਪ੍ਰੋਡਿਊਸ ਕਰਦਾ ਤੇ 26% ਚੌਲ ਪ੍ਰੋਡਿਊਸ ਕਰਦਾ। ਅੱਜ ਦੇ ਦਿਨ ਅਨਇੰਪਲੋਇਮੈਂਟ ਵਿੱਚ ਪੰਜਾਬ ਪਿਛਲੇ 5 ਸਟੇਟਸ ਵਿੱਚੋਂ ਹੈਗਾ ਤੇ ਇਹਦਾ ਰੀਜ਼ਨ ਇਹ ਹੈਗਾ ਕਿ ਸਾਡੀ ਜਿਹੜੀ ਸਕੂਲ ਐਜੂਕੇਸ਼ਨ ਹੈ ਉਹ ਇੰਨੀ ਹੀ ਮਾੜੀ ਹੈ ਕਿ ਜਿਹੜੇ ਬੱਚੇ ਉੱਥੋਂ ਪੜ੍ਹ ਕੇ ਆਉਂਦੇ ਨੇ ਉਹ ਕਿਸੇ ਵੀ ਕੈਰੀਅਰ ਆਪਸ਼ਨ ਲਈ ਨਹੀਂ ਜਾ ਸਕਦੇ। ਇੱਕ ਮੇਰੇ ਦੋਸਤ ਨੇ ਗੱਲ ਕੀਤੀ ਸੀ ਆਇਲਸ ਦੀ। ਕੇਜਰੀਵਾਲ ਸਾਹਿਬ 27,000 ਕਰੋੜ ਹਰ ਸਾਲ ਪੰਜਾਬ ਤੋਂ ਬਾਹਰ ਜਾਂਦਾ ਹੈਗਾ, ਜਿਹੜੀ ਫੀਸ ਹੈਗੀ ਹੈ। ਸੋ ਇਹਦੇ ਲਈ ਸਾਨੂੰ ਬਹੁਤ ਕੁਝ ਕਰਨ ਦੀ ਲੋੜ ਹੈ। ਪੰਜਾਬ ਦਿਨੋਂ ਦਿਨ ਖੋਖਲਾ ਹੋ ਰਿਹਾ। ਇੱਕ ਪੁਆਇੰਟ ਮੈਂ ਤੁਹਾਡੇ ਨਾਲ ਆਹ ਕਹਿਣਾ ਚਾਹੁੰਦਾ ਕਿ ਇੰਡਸਟਰੀ ਨੂੰ ਵਾਹ ਪੈਂਦਾ ਹੈਗਾ ਇੰਡਸਟਰੀ ਡਿਪਾਰਟਮੈਂਟ ਨਾਲ, ਲੇਬਰ ਦੇ ਨਾਲ,
ESI ਨਾਲ PF ਨਾਲ ਇਹ ਸਾਰੇ ਡਿਪਾਰਟਮੈਂਟ ਦੇ ਅਲੱਗ-ਅਲੱਗ ਬੰਦੇ ਅਲੱਗ-ਅਲੱਗ ਦਿਨਾਂ ਤੇ ਲੋਕਾਂ ਨੂੰ ਆਉਂਦੇ ਨੇ, ਉਹਨਾਂ ਨੂੰ ਤੰਗ ਕਰਦੇ ਨੇ, ਉਹਨਾਂ ਨੂੰ ਹੈਰਸ ਕਰਦੇ ਨੇ। ਇਹ ਸਾਰੇ ਮਹਿਕਮੇ ਇੱਕੋ ਹੀ ਥਾਂ ਤੇ ਹੋਣੇ ਚਾਹੀਦੇ ਨੇ ਤਾਂ ਕਿ ਸਾਰੇ ਆਰਾਮ ਨਾਲ ਕੰਮ ਕਰ ਸਕਣ। ਕਈ ਹੋਰ ਪੁਆਇੰਟਸ ਨੇ ਪਰ ਵਕਤ ਘੱਟ ਹੋਣ ਕਰਕੇ ਮੈਂ ਖਤਮ ਕਰਦਾ। ਇਹ ਮੈਂ ਤੁਹਾਡੇ ਨਾਲ ਪੁਆਇੰਟਸ ਦੁਬਾਰਾ ਸ਼ੇਅਰ ਕਰਾਂਗਾ। ਥੈਂਕ ਯੂ। ਬਹੁਤ ਬਹੁਤ ਧੰਨਵਾਦ ਸੇਖੋਂ ਸਾਹਿਬ। ਸਰ ਸੇਖੋਂ ਸਾਹਿਬ ਨੇ ਇੰਡਸਟਰੀ ਦੀ ਗੱਲ ਕੀਤੀ। ਮੈਂ ਵੀ ਤੁਹਾਨੂੰ ਦੱਸਣਾ ਚਾਹੂੰਗਾ ਕਿਸ ਤਰੀਕੇ ਦੇ ਨਾਲ ਸਰਕਾਰਾਂ ਨੇ ਜਿਹੜੀਆਂ ਉਹ ਇੰਡਸਟਰੀਅਲਿਸਟਾਂ ਨਾਲ ਵਾਅਦੇ ਕਰਕੇ ਮੁੱਕਰ ਜਾਂਦੀਆਂ ਨੇ। ਪਿਛਲੇ ਸਮੇਂ ਦੇ ਵਿੱਚ ਕੋਵਿਡ ਦੇ ਦੌਰਾਨ ਸਰਕਾਰ ਨੇ ਕੈਪਟਨ ਅਮਰਿੰਦਰ ਸਿੰਘ ਨੇ 300 ਕਰੋੜ ਦੇ ਜਿਹੜੇ ਫਿਕਸ ਚਾਰजेस ਸੀਗੇ ਉਹ ਮਾਫ ਕੀਤੇ ਸੀਗੇ ਕੋਵਿਡ ਦੇ ਬਿਜਲੀ ਦੇ, ਤੇ ਮੁੜ ਕੇ ਬਾਅਦ ਦੇ ਵਿੱਚ ਉਸ ਤੋਂ ਬੈਕ ਟਰੈਕ ਕਰ ਗਏ। ਉਸ ਤੋਂ ਪਹਿਲਾਂ ਕਿਹਾ ਸੀ ਕਿ ਜਿਹੜੀ ਬਾਰਡਰ ਬੈਲਟ ਹੈ ਕੰਡੀ ਜਿਹਦੇ ਵਿੱਚ ਅੰਮ੍ਰਿਤਸਰ ਵੀ ਆਉਂਦਾ ਹੈ ਉਹਦੇ ਸਪੈਸ਼ਲ ਪੈਕੇਜ ਦਿੱਤਾ ਜਾਊਗਾ, ਉਹ ਤੋਂ ਮੁੱਕਰ ਗਏ। ਸਰ ਇਸ ਤਰੀਕੇ ਨਾਲ ਗੁੰਮਰਾਹ ਕੀਤਾ ਜਾਂਦਾ ਹੈ, ਕਿਹਾ ਜਾਂਦਾ ਬੜਾ ਆਸਾਨ ਕੀਤਾ ਜਾਂਦਾ ਪੰਜਾਬ ਦੇ ਇੰਡਸਟਰੀਅਲਿਸਟ ਔਰ ਵਪਾਰੀਆਂ ਦੇ ਉੱਪਰ ਕਿ ਅਸੀਂ 1500 ਕਰੋੜ ਦੀ ਪਾਵਰ ਸਬਸਿਡੀ ਦਿੰਦੇ ਆ, ਜਦ ਕਿ ਸਰ 21% ਟੈਕਸਿਸ ਨੇ ਜਿਹੜੇ ਡਿਊਟੀਜ਼ ਔਰ ਲੇਵੀਜ਼ ਨੇ 2100 ਕਰੋੜ ਲੈ ਲੈਂਦੇ ਨੇ 1500 ਕਰੋੜ ਦੇ ਕੇ। ਇਸ ਤਰੀਕੇ ਦੇ ਨਾਲ ਪੰਜਾਬ ਦੇ ਵਪਾਰੀਆਂ ਨੂੰ ਲੁੱਟਿਆ ਜਾ ਰਿਹਾ। ਜਿਹੜੀ ਨਵੀਂ ਇੰਡਸਟਰੀਅਲ ਪਾਲਿਸੀ ਬਣਾਈ ਹੈ ਉਹਦੇ ਵਿੱਚ ਨਵੇਂ ਇੰਡਸਟਰੀਅਲਿਸਟਾਂ ਨੂੰ ਤਾਂ ਆਵਾਜ਼ਾਂ ਮਾਰ-ਮਾਰ ਬੁਲਾਇਆ ਜਾਂਦਾ ਹੈ, ਪੁਰਾਣੇ ਇੰਡਸਟਰੀਅਲਿਸਟਾਂ ਨੂੰ ਉਸ ਸਕੀਮ ਦੇ ਵਿੱਚੋਂ ਬਾਹਰ ਕੀਤਾ ਗਿਆ, ਜਿਹਦੀ ਵਜ੍ਹਾ ਕਰਕੇ ਇੰਡਸਟਰੀ ਤੋਂ ਛੱਡ ਕੇ ਬਾਹਰ ਜਾ ਰਹੀ ਹੈ। ਸੋ ਹੁਣ ਮੈਂ ਬੇਨਤੀ ਕਰੂੰਗਾ ਪੁਨੀਤ ਸੇਠ ਜੀ ਨੂੰ ਕਿ ਪੁਨੀਤ ਜੀ ਪੁਨੀਤ ਜੀ ਵੇਰ ਆਰ ਯੂ? ਸੇਠ ਸਾਹਿਬ ਹੈਗੇ? ਨਹੀਂ ਪੁਨੀਤ ਜੀ ਹੈ ਨਹੀਂ ਜੀ। ਕੰਕਲੂਡ ਕरें? ਹਾਂਜੀ ਹਾਂ ਦੱਸਾਂ। ਸੋ ਮੈਂ ਜਿੱਥੇ ਹੁਣ ਅੰਤ ਦੇ ਵਿੱਚ ਤੁਹਾਡਾ ਸਾਰਿਆਂ ਤੋਂ ਪਹਿਲਾਂ CM ਸਾਹਿਬ ਨੂੰ ਬੁਲਾਵਾਂ, ਮੈਂ ਸਰ ਇੱਕ ਬੇਨਤੀ ਹੋਰ ਕਰਨੀ ਚਾਹੂੰਗਾ ਜੀ, ਕਿਉਂਕਿ ਮੇਰਾ ਵੀ ਦਰਦ ਹੈ ਜਿਹੜਾ ਉਹ ਵਪਾਰੀਆਂ ਦੇ ਨਾਲ ਜੁੜਿਆ ਰਹਿੰਦਾ ਹੈ। ਇੱਕ ਸਾਥੀ ਨੇ ਗੱਲ ਕੀਤੀ ਕਿ ਇੰਸ਼ੋਰੈਂਸ ਵਗੈਰਾ ਦੀ। ਸਰ ਮੈਂ ਇਹ ਮੰਨ ਕੇ ਚੱਲਦਾ ਕਿ ਉਹ ਵਪਾਰੀ ਜਦੋਂ ਕੋਈ ਸਪੋਜ਼ EMPLOYE ਹੈ, EMPLOYE 30-40 ਸਾਲ ਕੰਮ ਕਰਦਾ ਹੈ ਔਰ ਕੰਮ ਕਰਨ ਤੋਂ ਬਾਅਦ ਉਸ ਨੂੰ ਪੈਨਸ਼ਨ ਗ੍ਰੈਚੁਇਟੀ ਸਭ ਕੁਝ ਮਿਲਦਾ ਹੈ। ਵਪਾਰੀ ਉਹ ਵਰਗ ਹੈ ਜਿਹੜਾ ਕਿ ਆਪਣੀਆਂ ਲਾਗਤਾਂ ਲਾਉਂਦਾ, ਆਪਣੀ ਕੈਪੀਟਲ ਲਾਉਂਦਾ, ਮਿਹਨਤਾਂ ਮਸ਼ੱਕਤਾਂ ਕਰਦਾ, ਆਪਦੇ ਘਰ ਪਰਿਵਾਰ ਨੂੰ ਪਾਲਦਾ ਤੇ ਉਸ ਤੋਂ ਬਾਅਦ ਸਟੇਟ ਦੇ ਖਜ਼ਾਨੇ ਭਰਦਾ, ਸਟੇਟ ਦੀ ਇਕਨੋਮੀ ਨਹੀਂ ਚਲਾਉਂਦਾ ਜਿੱਥੋਂ ਸਬਸਿਡੀਜ਼ ਔਰ ਕ੍ਰਾਸ ਸਬਸਿਡੀ ਚੱਲਦੀਆਂ ਨੇ। ਮੇਰੀ ਤੁਹਾਨੂੰ ਬੇਨਤੀ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਪ੍ਰਮਾਤਮਾ ਸੁੱਖ ਰੱਖੇ ਤੁਹਾਡੀ ਸਰਕਾਰ ਬਣ ਜਾਂਦੀ ਹੈ ਤੇ ਕਿਉਂ ਅਜਿਹਾ ਸਿਸਟਮ ਨਹੀਂ ਡਿਵੈਲਪ ਕੀਤਾ ਜਾ ਸਕਦਾ ਹੈਗਾ ਕਿ ਇੱਕ ਵਪਾਰੀ ਨੇ ਆਪਣੇ ਜੀਵਨ ਕਾਲ ਦੇ ਦੌਰਾਨ, ਬਿਜ਼ਨਸ ਈਅਰਸ ਦੇ ਦੌਰਾਨ ਜਿੰਨਾ ਬਿਜ਼ਨਸ ਕੀਤਾ, ਜਿੰਨਾ ਟੈਕਸਿਸ ਨੇ ਸਰਕਾਰ ਦੇ ਖਜ਼ਾਨੇ ਦੇ ਵਿੱਚ ਜਮ੍ਹਾਂ ਕਰਾਏ, ਉਹਦਾ ਕੁਛ ਨਾ ਕੁਛ ਪੋਰਸ਼ਨ ਹੈ ਜਿਹੜਾ ਜਦੋਂ ਉਹ ਵਪਾਰੀ ਆਪਦੇ ਬਿਜ਼ਨਸ ਚੋਂ ਰਿਟਾਇਰ ਹੋਣ ਲੱਗੇ ਤੇ ਉਹਨੂੰ ਪੈਨਸ਼ਨ ਗ੍ਰੈਚੁਇਟੀ ਦੇ ਰੂਪ ਦੇ ਵਿੱਚ ਮਿਲੇ, ਤਾਂ ਕਿ ਉਹਦਾ ਜਿਹੜਾ ਬੁਢਾਪਾ ਹੈ, ਉਹਦੀ ਜਿਹੜੀ 올ਡ ਏਜ ਹੈ, ਉਹ ਇੱਕ ਵਧੀਆ ਸੋਹਣੇ ਤਰੀਕੇ ਦੇ ਨਾਲ, ਇੱਕ ਆਤਮ ਸਨਮਾਨ ਦੇ ਤਰੀਕੇ ਦੇ ਨਾਲ ਉਹ ਨਿਕਲ ਸਕੇ। ਇਹਦੇ ਨਾਲ ਪਰਿਵਾਰਾਂ ਦਾ ਜਿਹੜਾ ਮਾਹੌਲ ਹੈ ਉਹ ਵੀ ਵਧੀਆ ਹੋਵੇਗਾ ਔਰ ਜਿਹੜਾ ਟੈਕਸ ਐਂਬਿਟ ਹੈ, ਲੋਕ ਵਪਾਰੀ ਕਦੇ ਟੈਕਸ ਦੇਣੋਂ ਨਹੀਂ ਡਰਦਾ ਹੈਗਾ ਔਰ ਇਹਦੇ ਨਾਲ ਜਿਹੜਾ ਟੈਕਸ ਦਾ ਐਂਬਿਟ ਹੈ ਉਹ ਵੀ ਵਧੇਗਾ। ਲੋਕ ਖੁਸ਼ੀ ਦੇ ਨਾਲ ਟੈਕਸਿਸ ਦੇਣਗੇ, ਪੰਜਾਬ ਦੀ ਇਕਨੋਮੀ ਰਿਵਾਈਵ ਕਰੂਗੀ। ਮੈਂ ਬੇਨਤੀ ਕਰੂੰਗਾ ਕਿ ਤੁਹਾਡਾ ਤਾਂ ਪਹਿਲਾਂ ਇਨਕਮ ਟੈਕਸ ਦੇ ਵਿੱਚ ਤੇ ਹੁਣ ਸਰਕਾਰ ਚਲਾਉਣ ਦੇ ਵਿੱਚ ਬਹੁਤ ਲੰਬੇ ਤਜਰਬੇ ਨੇ, ਇਹਦੇ ਬਾਰੇ ਤੁਸੀਂ ਵਿਚਾਰ। ਹਾਂਜੀ ਮਾਈਕ ਦਿਓ ਜੀ। ਦਿਓ ਜੀ ਮਾਈਕ ਦਿਓ। ਬਹੁਤ ਹੀ ਸਰ ਪਲੀਜ਼। ਸਤਿਕਾਰਯੋਗ ਸਰ ਤੁਹਾਡਾ ਨਾਮ ਜੀ? ਵਰਿੰਦਰ ਸਹਿਦੇਵ ਜੀ, ਸਹਿਦੇਵ ਮਸ਼ੀਨ ਟੂਲ ਅੰਮ੍ਰਿਤਸਰ please। ਇੰਜੀਨੀਅਰਿੰਗ ਲਾਈਨ ਤੋਂ ਆ। ਮੇਰੇ ਭਰਾ ਬਹੁਤ ਸਾਰੇ ਇੱਥੇ ਬੈਠੇ ਨੇ ਜਿਨ੍ਹਾਂ ਬਾਰੇ ਮੈਂ 2-4 ਗੱਲਾਂ ਕਰਨੀਆਂ ਚਾਹੁੰਦਾ। ਅਮਨ ਜੀ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ, ਤੁਸੀਂ ਮੈਨੂੰ ਮੌਕਾ ਦਿੱਤਾ। ਸਾਡੇ ਹਿੰਦੁਸਤਾਨ ਦੀ, ਪੰਜਾਬ ਦੀ ਇੱਕੋ ਇੱਕ ਤੇ ਆਖਰੀ ਆਸ ਆਮ ਆਦਮੀ ਪਾਰਟੀ ਦੇ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਸਾਹਿਬ, ਉਹਨਾਂ ਦੇ ਨਾਲ ਬਹੁਤ ਹੀ ਸਤਿਕਾਰਯੋਗ ਜਰਨੈਲ ਸਿੰਘ ਜੀ, ਰਾਘਵ ਚੱਡਾ ਜੀ ਤੇ ਸਾਡੇ ਅੰਮ੍ਰਿਤਸਰ ਔਰ ਪੰਜਾਬ ਵਾਸਤੇ ਸੈਕਰੀਫਾਈਸ ਕਰਨ ਵਾਲੇ ਸਾਡੇ ਸਾਬਕਾ IG ਸ਼੍ਰੀ ਕੁੰਵਰ ਵਿਜੇ ਪ੍ਰਤਾਪ ਸਿੰਘ ਜੀ ਔਰ ਮੇਰੇ ਸਾਹਮਣੇ ਬੈਠੇ ਸਾਰੇ ਵਪਾਰੀ ਭਰਾਓ, ਇੱਕ ਵਾਰੀ ਫਤਿਹ ਦੀ ਸਾਂਝ ਕਰੀਏ, ਗੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ। ਕੇਜਰੀਵਾਲ ਸਾਹਿਬ
ਮੈਂ ਤੁਹਾਨੂੰ 2 ਮਿੰਟ ਲਵਾਂਗਾ। 2 ਮਿੰਟ ਦੇ ਵਿੱਚ ਸਭ ਤੋਂ ਪਹਿਲਾਂ ਤੇ ਅੰਮ੍ਰਿਤਸਰ ਦੀ ਧਰਤੀ ਬਾਰੇ ਦੱਸਣਾ ਚਾਹਾਂਗਾ। ਹੁਣੇ ਮੇਰਾ ਇੱਕ ਵੀਰ ਆਵਾਜ਼ ਦੇ ਰਿਹਾ ਸੀ। ਅੰਮ੍ਰਿਤਸਰ ਦਾ ਸ਼ਹਿਰ ਸ੍ਰੀ ਗੁਰੂ ਰਾਮਦਾਸ ਜੀ ਨੇ 1200 ਰੁਪਏ ਜਰ ਖਰੀਦ ਦਾ ਮਤਲਬ ਸਮਝੋਗੇ। 1200 ਰੁਪਏ ਦੇ ਵਿੱਚ 3 ਪਿੰਡ ਖਰੀਦੇ ਸੀ, ਚਾਟੀ ਪਿੰਡ, ਸੁਲਤਾਨ ਪਿੰਡ ਤੇ ਗਿਲਵਾਲੀ ਗੇਟ। ਉਸ ਤੋਂ ਬਾਅਦ ਉਹਨਾਂ ਨੇ ਅੰਮ੍ਰਿਤਸਰ ਵਸਾਇਆ। ਅੰਮ੍ਰਿਤਸਰ ਵਸਾਉਣ ਤੋਂ ਬਾਅਦ 52 ਸ਼ਿਲਪੀ, ਉਸ ਵੇਲੇ ਛੋਟੀਆਂ ਸਟੇਟਾਂ ਸੀਗੀਆਂ, ਕੋਟਾ ਆ ਗਿਆ, ਮਹਿੰਦਰਗੜ੍ਹ ਆ ਗਿਆ, ਕਪੂਰਥਲਾ ਆ ਗਿਆ, ਮਲੇਰਕੋਟਲਾ ਆ ਗਿਆ, ਪਟਿਆਲਾ ਆ ਗਿਆ। ਉਹਨਾਂ ਦੇ ਵਿੱਚੋਂ 52 ਸ਼ਿਲਪੀ ਲਿਆ ਕੇ ਅੰਮ੍ਰਿਤਸਰ ਬਿਠਾਏ। ਉਹਨਾਂ ਨੂੰ ਰਹਿਣ ਵਾਸਤੇ ਛੋਟੀਆਂ ਜਗ੍ਹਾ ਦਿੱਤੀਆਂ ਔਰ ਮੁਫਤ ਦਿੱਤੀਆਂ। ਉਹਨਾਂ ਦੇ ਨਾਂ ਤੇ ਬਾਜ਼ਾਰ ਰੱਖੇ ਗਏ, ਜਿਵੇਂ ਕਿ ਅੱਜ ਵੀ ਚਮੜੇ ਵਾਲਾ ਬਾਜ਼ਾਰ ਦੇਖਦੇ ਹੋ ਤੁਸੀਂ, ਠਠੇਰਿਆਂ ਵਾਲਾ ਬਾਜ਼ਾਰ। ਠਠੇਰੇ ਸ਼ਾਇਦ ਤੁਸੀਂ ਨਹੀਂ ਸਮਝ ਪਾਓਗੇ, ਬਰਤਨਾਂ ਨੂੰ ਹਥੌੜੇ ਨਾਲ ਕੁੱਟ ਕੇ ਬਣਾਉਂਦੇ ਨੇ, ਉਹ ਵਸਾਇਆ ਗਿਆ। ਮਤਲਬ ਇਸ ਤਰ੍ਹਾਂ 52 ਬਾਜ਼ਾਰ ਅੰਮ੍ਰਿਤਸਰ ਦੇ ਵਿੱਚ ਵਸਾਏ ਗਏ। ਅੰਮ੍ਰਿਤਸਰ ਦੇ ਵਿੱਚ ਬਿਜ਼ਨਸ ਨੂੰ ਡਿਵੈਲਪ ਕੀਤਾ ਗਿਆ ਔਰ ਬਿਜ਼ਨਸ ਬੁਲੰਦੀਆਂ ਤੇ ਗਿਆ। ਉਸ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਨੇ ਆਪਣਾ ਰੋਲ ਅਦਾ ਕੀਤਾ ਤੇ ਬਿਜ਼ਨਸ ਬਹੁਤ ਟੌਪ ਤੇ ਪਹੁੰਚਿਆ। ਅੱਜ ਅਗਰ ਮੈਂ ਗੱਲ ਕਰਾਂ ਤੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਜਿਹੜੀ ਇੰਡਸਟਰੀ ਗਾਇਬ ਹੋ ਚੁੱਕੀ ਹੈ, ਮੈਂ ਉਹਦੇ ਬਾਰੇ ਦੱਸਣਾ ਚਾਹਾਂਗਾ। ਪੇਪਰ ਇੰਡਸਟਰੀ ਅੰਮ੍ਰਿਤਸਰ ਨੰਬਰ 1 ਤੇ ਸੀ। ਅੱਜ ਵੀ ਇੱਕ ਇੰਡਸਟਰੀ ਟੌਪ 10 ਆਫ ਇੰਡੀਆ ਦੇ ਵਿੱਚ ਸਾਡੀ ਖੰਨਾ ਪੇਪਰ ਮਿਲ ਹੈ, ਸਿਰਫ ਇੱਕ ਮਿਲ, ਬਾਕੀ ਸਾਰੀਆਂ ਬੰਦ ਹੋ ਚੁੱਕੀਆਂ। ਫੈਨ ਇੰਡਸਟਰੀ, ਪੱਖਾ ਦੀ ਇੰਡਸਟਰੀ, 50% ਪੱਖਾ ਜਿਹੜਾ ਅੰਮ੍ਰਿਤਸਰ 'ਚ ਬੰਦਾ ਸੀ, ਜਿਹਦੇ ਵਿੱਚੋਂ ਅੱਜ 2% ਬਣ ਰਿਹਾ। ਜਿਹੜਾ 2% ਬਣ ਰਿਹਾ ਉਹ ਵੀ ਵੈਂਟੀਲੇਟਰ ਤੇ ਚੱਲ ਰਿਹਾ। ਕਿਉਂ ਫੇਲ ਨੇ, ਇਹਦਾ ਕਾਰਨ ਮੈਂ ਬਾਅਦ 'ਚ ਦੱਸਦਾ। ਟੈਕਸਟਾਈਲ ਇੰਡਸਟਰੀ, ਸਰ ਇੱਕ ਘਰ ਦੇ ਵਿੱਚ 1000 ਪਾਵਰਲੂਮ ਚੱਲਦੀ ਸੀ ਔਰ 4 ਹਜ਼ਾਰ ਲੋਕ ਕੰਮ ਕਰਦੇ ਸੀ। ਅੱਜ ਉਹ ਪਾਵਰਲੂਮਾਂ ਦੀ ਠੱਕ ਖਤਮ ਹੋ ਗਈ ਹੈ। ਮੇਰੇ ਵੀਰ ਬਹੁਤ ਸਾਰੇ ਇੱਥੇ ਬੈਠੇ ਹੋਣੇ ਆ, ਪਾਵਰਲੂਮ ਬਿਲਕੁਲ ਖਤਮ ਹੈ। ਸ਼ਾਲ ਦੀ ਇੰਡਸਟਰੀ ਸੀ, ਕੰਬਲਾਂ ਦੀ ਇੰਡਸਟਰੀ ਸੀ। ਇਹ ਸਾਰੇ ਦੇ ਸਾਰੇ ਬਿਜ਼ਨਸ ਇੱਥੋਂ ਸ਼ਿਫਟ ਹੋ ਕੇ ਕੁਝ ਪਾਣੀਪਤ ਚਲੇ ਗਏ, ਕੁਝ ਬੱਦੀ ਚਲੇ ਗਏ, ਕੁਝ JNK ਚਲੇ ਗਏ, ਕੁਝ ਸੂਰਤ ਚਲੇ ਗਏ, ਅੰਮ੍ਰਿਤਸਰ 'ਚ ਨਹੀਂ ਰਹੇ। ਗੋਲਡ ਦੀ ਇੰਡਸਟਰੀ ਹੈ, ਮੇਰੇ ਵੀਰ ਬੋਲੇ ਨੇ, ਲੇਕਿਨ ਇਹਨਾਂ ਨਾਲ ਬਹੁਤ ਵੱਡੀ ਤਰਾਸਦੀ ਹੈ ਕਿ ਗੋਲਡ ਦਾ ਕੰਮ ਜਿੱਡੀ ਵੱਡੀ ਮੰਡੀ ਹੈ ਉਨਾ ਹੀ ਡਾਊਨ ਜਾ ਰਿਹਾ। ਇੰਜੀਨੀਅਰਿੰਗ ਇੰਡਸਟਰੀ, ਬਹੁਤ ਸਾਰੇ ਮੇਰੇ ਭਰਾ ਬੈਠੇ ਨੇ ਤੇ ਅੰਮ੍ਰਿਤਸਰ ਦੇ ਵਿੱਚ ਇੰਨਾ ਟੈਲੈਂਟ ਹੈ ਕਿ ਇਹਨਾਂ ਨੂੰ ਇੰਗਲੈਂਡ ਤੋਂ ਕੋਈ ਮਸ਼ੀਨ ਦਿਖਾ ਦਿਓ, ਇਹ ਮੇਰੇ ਵੀਰ ਬੜੇ ਧਨਾਟ ਬੈਠੇ ਨੇ, ਬਣਾ ਕੇ ਮਹੀਨੇ ਬਾਅਦ ਤੁਹਾਡੇ ਹੱਥ ਫੜਾ ਦੇਣਗੇ। ਰੋਨੀਓ ਵਿਕਰ ਇੰਗਲੈਂਡ ਦੀ ਕੰਪਨੀ ਸੀ, ਉਹਦੀ ਇੱਕ ਮਸ਼ੀਨ ਆਂਦੀ ਹੈ। ਤੁਸੀਂ ਇੰਡਸਟਰੀਅਲਿਸਟੋ ਸਾਰੇ, ਅਮਨ ਜੀ ਧਿਆਨ ਦੇਣਾ, ਬਾਕਸ ਦੇ ਵਿੱਚ ਪਿੰਨ ਲੱਗਦੀ ਹੈ, ਬਾਕਸ ਸਟਿਚਿੰਗ ਮਸ਼ੀਨ ਕਿਹਾ ਜਾਂਦਾ। ਔਰ ਸਭ ਤੋਂ ਪਹਿਲਾਂ ਬਣੀ ਤਾਂ ਸਾਡੇ ਅੰਮ੍ਰਿਤਸਰ 'ਚ ਬਣੀ ਸੀ। ਮੈਂ ਠੀਕ ਹੈ ਜੀ, ਅੱਜ ਵੀ ਅਗਰ ਬਣ ਰਹੀ ਹੈ ਤੇ ਮੇਰਾ ਖਿਆਲ 90% ਅੰਮ੍ਰਿਤਸਰ 'ਚ ਹੀ ਬਣ ਰਹੀ ਹੈ। ਕਰੂਗੇਸ਼ਨ ਪਲਾਂਟ ਫਰੀਦਾਬਾਦ ਕਦੀ ਬੰਦੇ ਹੁੰਦੇ ਸੀ, ਅੱਜ ਅੰਮ੍ਰਿਤਸਰ 'ਚ ਬਣ ਰਹੇ ਨੇ, ਪਰ ਉਹ ਵੀ ਸਾਰੇ ਵੈਂਟੀਲੇਟਰ ਤੇ ਨੇ। ਵੁੱਡ ਐਂਡ ਮਸ਼ੀਨ ਸਕਰੂ, ਅੰਮ੍ਰਿਤਸਰ ਇਸ ਤਰ੍ਹਾਂ ਦਾ ਸ਼ਹਿਰ ਹੈ ਕਿ ਸਕਰੂ ਦੀ ਇੰਡਸਟਰੀ ਦੇ ਵਿੱਚ ਚਾਈਨਾ ਨੂੰ ਮਾਤ ਦੇ ਸਕਦਾ ਪਰ ਨਹੀਂ ਦੇ ਪਾ ਰਿਹਾ। ਉਹਦਾ ਕਾਰਨ ਹੈ ਕਿ ਵਿਚਾਰੇ ਹਿੰਮਤ ਤੇ ਬਹੁਤ ਕਰਦੇ ਨੇ, ਮਸ਼ੀਨਾਂ ਵੀ ਚਾਈਨਾ ਤੋਂ ਲਿਆਉਂਦੇ ਨੇ, ਲੇਕਿਨ ਇਹਨਾਂ ਨੂੰ ਉਹ ਅਸਿਸਟੈਂਸ ਨਹੀਂ ਮਿਲਦੀ, ਜਿਹਦੇ ਕਰਕੇ ਫੇਲ ਹੋ ਜਾਂਦੇ ਨੇ। ਚਾਈਨਾ ਦੇ ਪੇਜ ਨੇ ਸਾਡੀ ਉਹ ਵੀ ਇੰਡਸਟਰੀ ਖਤਮ ਕਰ ਦਿੱਤੀ ਹੈ। ਯੂਟੈਂਸਿਲ, ਭਾਂਡਿਆਂ ਦੀ ਇੰਡਸਟਰੀ, ਮੈਂ ਠਠੇਰੇ ਜਿਹੜਾ ਕਿਹਾ ਛੋਟਾ ਜਿਹਾ ਕਸਬਾ ਜੰਡਿਆਲਾ ਸਾਡੇ ਅੰਮ੍ਰਿਤਸਰ ਦਾ ਇੱਕ ਹਿੱਸਾ। ਸਭ ਤੋਂ ਪਹਿਲਾਂ ਠਠੇਰੇ ਜਾਂ ਭਾਂਡਿਆਂ ਦਾ ਕਾਰੋਬਾਰ ਉੱਥੇ ਬਹੁਤ ਟੌਪ ਤੇ ਹੁੰਦਾ ਸੀ। ਸਾਰੇ ਹਿੰਦੁਸਤਾਨ 'ਚ ਸਪਲਾਈ ਹੁੰਦੇ ਸੀ, ਜਿਹੜੇ ਅੱਜ ਕੇ ਸਿਰਫ 1 ਜਾਂ 2% ਰਹਿ ਗਏ ਨੇ ਜਾਂ 10 ਘਰ ਰਹਿ ਗਏ ਨੇ, ਬਾਕੀ ਸਾਰਾ ਉਹ ਕੰਮ ਬੰਦ ਹੋ ਗਿਆ। ਫਾਰਮਾਸਿਊਟੀਕਲ ਇੰਡਸਟਰੀ ਸਾਡੇ ਸ਼ਹਿਰ 'ਚ ਬਹੁਤ ਚੰਗੇ ਢੰਗ ਨਾਲ ਡਿਵੈਲਪ ਹੋ ਸਕਦੀ ਹੈ। 30-40 ਯੂਨਿਟ ਹੈਗੇ ਨੇ, ਲੇਕਿਨ ਕੁਝ ਚੰਗੇ ਚੱਲ ਰਹੇ ਨੇ, ਕੁਝ ਬਿਲਕੁਲ ਹੀ ਵਿਚਾਰੇ ਬਰਬਾਦੀ ਦੀ ਕਗਾਰ ਤੇ ਬੈਠੇ ਨੇ। ਇੱਕ ਸਰ ਟੈਕਸਟਾਈਲ ਪ੍ਰਿੰਟਿੰਗ ਇੰਡਸਟਰੀ ਸਾਡੇ ਅੰਮ੍ਰਿਤਸਰ ਦੇ ਵਿੱਚ ਨਾ ਹੁੰਦਾ ਸੀ, ਅੱਜ ਉਹ ਸਾਰੇ ਦੇ ਸਾਰੇ ਯੂਨਿਟ ਬੰਦ ਹੋ ਗਏ ਤੇ 2 ਜਾਂ 4 ਯੂਨਿਟ ਚੱਲ ਰਹੇ ਨੇ। ਹੋਟਲ ਇੰਡਸਟਰੀ, ਲੋਕਾਂ ਨੇ ਇੰਡਸਟਰੀ ਬੰਦ ਕੀਤੀ, ਹੋਟਲ ਬਣਾਏ, ਲੇਕਿਨ ਅੱਜ ਹੋਟਲ ਇੰਡਸਟਰੀ ਵੀ ਵੈਂਟੀਲੇਟਰ ਤੇ ਹੀ ਹੈ। ਕਿਉਂ ਜੀ, ਮੈਂ ਠੀਕ ਕਹਿ ਰਿਹਾ ਕਿ ਗਲਤ ਹੈ? ਉਹ ਵੀ ਵੈਂਟੀਲੇਟਰ ਤੇ ਹੈ। ਸਾਡੇ ਅੰਮ੍ਰਿਤਸਰ ਸ਼ਹਿਰ ਦੇ ਨਾਲ ਤਰਾਸਦੀ ਹੈ
ਕਿ ਅਸੀਂ ਬਾਰਡਰ ਤੇ ਬੈਠੇ ਹਾਂ ਤੇ ਅਸੀਂ ਆਪਣੇ ਯੂਥ ਨੂੰ ਕੁਝ ਵੀ ਨया ਨਹੀਂ ਦੇ ਸਕਦੇ। ਡਰੱਗਸ ਨੇ ਸਾਡੇ ਘਰਾਂ ਦੇ ਵਿੱਚ ਘਰ ਕੀਤਾ ਹੋਇਆ, ਨੌਜਵਾਨ ਪੀੜ੍ਹੀ ਬਰਬਾਦ ਹੋ ਗਈ ਹੈ। ਮੈਂ ਇੱਕ ਗੱਲ ਜੇ ਕਹਾਂ, ਜਿੰਨੇ ਮੇਰੇ ਇੱਥੇ ਪੁਲਿਸ ਵਾਲੇ ਵੀਰ ਖੜੇ ਨੇ ਅੱਜ, ਜਿੰਨੇ ਵੀ ਡਿਊਟੀ ਤੇ ਨੇ, 90% ਇਹਨਾਂ ਦੇ ਬੱਚੇ ਫੋਰਨ ਕੰਟਰੀ 'ਚ ਨੇ। ਇਹ ਪੁਲਿਸ ਭਰਤੀ ਕਿਉਂ ਨਹੀਂ ਕਰਾ ਰਹੇ? ਉਹਦੇ ਪਿੱਛੇ ਕਾਰਨ ਹੈ ਕਿ ਮੇਰਾ ਬੱਚਾ ਇੱਥੇ ਵਿਗੜ ਨਾ ਜਾਵੇ। ਡਰੱਗਸ ਦੇ ਦਰਿਆ ਨੇ ਸਾਡੇ ਨੌਜਵਾਨ ਪੀੜ੍ਹੀ ਨੂੰ ਤਬਾਹ ਕਰ ਦਿੱਤਾ। ਕੇਜਰੀਵਾਲ ਸਾਹਿਬ ਇੱਕ ਦੀਵਾ ਜਗਾ ਕੇ ਰੱਖੀਏ ਤੇ ਜਦੋਂ ਲਾਈਟ ਦੇਣ ਲੱਗੇ ਤਾਂ ਉਹਨੂੰ ਗੁਆਂਢੀ ਚੁੱਕ ਕੇ ਲੈ ਜੇ ਤੇ ਕੀ ਮਨ ਤੇ ਬੀਤੇਗੀ? ਸਾਡੇ ਨੌਜਵਾਨ ਪੀੜ੍ਹੀ ਨਾਲ ਇਸ ਤਰ੍ਹਾਂ ਹੋ ਰਿਹਾ। ਅਸੀਂ ਬੱਚਾ ਪਾਲਦੇ ਹਾਂ, ਪੜੋਸਦੇ ਹਾਂ, ਤਗੜਾ ਕਰਦੇ ਹਾਂ, ਪੜ੍ਹਾਉਂਦੇ ਹਾਂ ਤੇ ਚੁੱਕ ਕੇ ਕੌਣ ਲੈ ਜਾਂਦਾ? ਆਸਟ੍ਰੇਲੀਆ ਵਾਲੇ ਲੈ ਗਏ ਜੀ, ਕੈਨੇਡਾ ਚਲਾ ਗਿਆ ਜੀ। ਲੇਕਿਨ ਪੰਜਾਬ ਪੰਜਾਬੀਆਂ ਦਾ ਨਹੀਂ ਰਹਿ ਰਿਹਾ। ਬੜਾ ਦੁੱਖ ਲੱਗਦਾ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ। ਇੱਕ ਮਿੰਟ ਗੱਲ ਕਰ ਲੈਂਦੇ ਯਾਰ। ਪਿੰਡਾਂ ਦੇ ਪਿੰਡ ਖਾਲੀ ਹੋ ਗਏ ਨੇ। ਪਿੰਡਾਂ ਦੀਆਂ ਗਲੀਆਂ ਦੇ ਵਿੱਚ 20 ਘਰ ਨੇ ਤੇ ਇੱਕ ਘਰ 'ਚ 2 ਬਜ਼ੁਰਗ ਰਹਿੰਦੇ ਹੋਣਗੇ, ਬਾਕੀ ਖਾਲੀ ਨੇ। ਕਾਰਨ ਨੌਜਵਾਨ ਪੀੜ੍ਹੀ ਸਾਰੀ ਸਾਡੇ ਪੰਜਾਬ ਦੀ ਡਿਵੈਲਪਮੈਂਟ ਨੂੰ ਛੱਡ ਕੇ ਬਾਹਰਲੀਆਂ ਕੰਟਰੀਆਂ ਦੀ ਡਿਵੈਲਪਮੈਂਟ ਕਰ ਰਹੀ ਹੈ। ਅਸੀਂ ਉਹਨੂੰ ਬਾਹਰ ਤੋਂ ਰੋਕਣਾ ਚਾਹੁੰਦੇ ਹਾਂ। ਅਸੀਂ ਆਪਣੇ ਪੰਜਾਬ ਦੇ ਵਿੱਚ ਉਹਨਾਂ ਨੂੰ ਕੰਮ ਦੇਣਾ ਚਾਹੁੰਦੇ ਹਾਂ, ਅੰਮ੍ਰਿਤਸਰ ਦੇ ਵਿੱਚ ਕੰਮ ਦੇਣਾ ਚਾਹੁੰਦੇ ਹਾਂ ਤਾਂ ਕਿ ਉਹ ਬਾਹਰ ਨਾ ਜਾਣ। ਕੇਜਰੀਵਾਲ ਸਾਹਿਬ, ਸਾਰੀਆਂ ਮੁਸ਼ਕਲਾਂ ਕਿਉਂ ਹੋਈਆਂ? ਇਹ ਸਰਕਾਰਾਂ ਦੀਆਂ ਨਲਾਇਕੀਆਂ ਕਰਕੇ ਹੋਈਆਂ। ਕਿਸੇ ਵੀ ਸਰਕਾਰ ਨੇ ਕਿਸੇ ਵੀ ਇੰਡਸਟਰੀ ਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਜਿੰਨੇ ਵੀ ਆਏ ਨੇ, ਬਸ ਸਰ ਕਰ ਲਓ ਜੀ, ਸ਼ਾਰਟ ਕਰ ਲਓ। हाँ सर प्लीज जी करो कंक्लूड। दूसरा माइक दे दो जी। माइक चल रहा है। हेलो सर करो जी कंक्लूड करो। ਲਓ ਜੀ, साहब ने बोला ਸਿਰਫ ਸਿਰਫ 1 ਮਿੰਟ ਦੇ ਵਿੱਚ ਫਿਨਿਸ਼ ਕਰ ਰਿਹਾ ਜੀ। ਜੀ। ਸਾਡੀਆਂ ਸਰਕਾਰਾਂ ਨੇ ਕਿਸੇ ਨੇ ਵੀ ਸਾਡੇ ਬਿਜ਼ਨਸਮੈਨ ਵੱਲ ਧਿਆਨ ਨਹੀਂ ਦਿੱਤਾ। ਅਸੀਂ 2-2 3-3 ਲੱਖ ਰੁਪਇਆ 5-5 ਲੱਖ ਰੁਪਇਆ ਦਾ GST ਭਰਦੇ ਹਾਂ, ਇਨਕਮ ਟੈਕਸ ਭਰਦੇ ਹਾਂ। ਪਿੱਛੇ ਸਾਡੇ ਕੋਲ ਕਰੋਨਾ ਕਾਲ ਗਿਆ ਜਾਂ ਡੇਂਗੂ ਗਿਆ, ਕਿਸੇ ਵੀ ਸਰ ਹਸਪੀਟਲ ਨੇ ਗਿਆ, ਕਿਸੇ ਸਰਕਾਰ ਨੇ ਕਿਸੇ ਵਪਾਰੀ ਦੀ ਬਾਤ ਨਹੀਂ ਪੁੱਛੀ। ਅਗਰ ਇੱਕ ਵਪਾਰੀ ਬਿਮਾਰ ਪੈ ਜਾਂਦਾ, ਉਹਦੀ ਇੰਡਸਟਰੀ ਫੇਲ ਹੋ ਜਾਂਦੀ ਹੈ, ਉਹਨੂੰ 2000 ਰੁਪਏ ਦੀ ਕਿਸੇ ਸਰਕਾਰ ਕੋਲੋਂ ਫੈਸਿਲਿਟੀ ਨਹੀਂ, ਉਮੀਦ ਨਹੀਂ ਹੈ। ਅਸੀਂ ਚਾਹੁੰਦੇ ਹਾਂ ਕਿ ਜੇ ਅਸੀਂ ਸਰਕਾਰਾਂ ਚਲਾਉਂਦੇ ਹਾਂ, ਤੁਹਾਨੂੰ ਕਮਾਈ ਕਰਕੇ ਦਿੰਦੇ ਹਾਂ, ਬਿਨਾਂ ਵਪਾਰੀ ਤੋਂ ਸਰਕਾਰ ਨਹੀਂ ਚੱਲ ਸਕਦੀ। ਲੇਕਿਨ ਵਪਾਰੀ ਦੇ ਮੁਸ਼ਕਲ ਟਾਈਮ ਦੇ ਵਿੱਚ ਸਰਕਾਰ ਨੂੰ ਉਸ ਦਾ ਸਹਾਰਾ ਬਣਨਾ ਚਾਹੀਦਾ ਜਾਂ ਨਹੀਂ ਬਣਨਾ ਚਾਹੀਦਾ, ਇਸ ਗੱਲ ਤੇ ਤੁਸੀਂ ਗਵਾਹੀ ਦਿਓ ਤਾੜੀ ਵਜਾ ਕੇ। बहुत बहुत धन्यवाद जी। नहीं तो सर, हुण मैं कोई सेकंड बस सर बहुत बहुत धन्यवाद सर। सो हुण मैं बेनती करा CM साहब नूं। CM साहब सर आ दिओ जी माइक दिओ, इधर CM साहब का हुक्म है। सर 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 इस तो बाद फ्लाइट ਤੁਹਾਡੀ ਜੇ ਮਿਸ ਹੋ ਗਈ ਮੈਨੂੰ ਨਾ ਲੜਿਓ। ਆ ਦਿਓ ਜੀ ਮਾਈਕ ਦਿਓ ਇਧਰ। मेरा एक मिनट का पॉइंट बस बी प्रिसाइज जी। गुड आफ्टरनून CM साहब। सर मैं टैक्सटाइल इंडस्ट्री ਨੂੰ ਬਿਲੋਂਗ ਕਰਦਾ ਅੰਮ੍ਰਿਤਸਰ ਦੇ ਵਿੱਚ, ਔਰ ਮੈਂ 10 ਸਾਲ ਤੋਂ ਸ਼ੁਰੂ ਕੀਤਾ। ਪਹਿਲਾਂ ਮੈਂ ਕੰਪਨੀ ਦੇ ਵਿੱਚ OCM ਕੰਪਨੀ ਦੇ ਵਿੱਚ ਪਲਾਂਟ ਹੈਡ ਸੀਗਾ। ਮੇਰੇ ਸਿਰਫ 2 ਛੋਟੇ ਪੁਆਇੰਟ ਆ। ਮੈਂ ਸਿਰਫ 90 ਸੈਕਿੰਡ 100 ਸੈਕਿੰਡ ਲਵਾਂਗਾ। ਮੈਨੂੰ ਅਜੇ ਤੱਕ ਇਹ ਨਹੀਂ ਆਪਣੀ ਲਾਈਫ, ਆਈ ਐਮ 62 ਈਅਰ 올ਡ, ਮੈਨੂੰ ਅਜੇ ਤੱਕ ਆਪਣੀ ਲਾਈਫ 'ਚ ਅਜੇ ਤੱਕ ਇਹ ਨਹੀਂ ਸਮਝ ਆਈ ਕੰਮ ਕਰਦੇ ਆ ਕਿ ਅਸੀਂ ਇੰਡਸਟਰੀ ਵਾਲੇ ਸਾਰੇ, ਚਾਹੇ ਉਹ ਛੋਟੇ ਆ ਚਾਹੇ ਉਹ ਵੱਡੇ ਆ,
ਜ਼ਿਆਦਾ ਛੋਟੇ ਤੇ ਮੀਡੀਅਮ। ਸਾਡੀ ਇੰਡਸਟਰੀ ਤੇ ਸਾਡਾ ਕਾਰੋਬਾਰ ਤੇ ਦਿਨੋਂ ਦਿਨ ਖਤਮ ਹੋਈ ਜਾਂਦਾ ਪਿਆ। ਤੇ ਪੰਜਾਬ ਦੇ ਵਿੱਚ ਜਿਹੜੀਆਂ ਵੀ ਪਾਰਟੀਆਂ ਆਈਆਂ, ਚਾਹੇ ਉਹ ਕਾਂਗਰਸ ਆਈ, ਚਾਹੇ ਉਹ ਦੂਸਰੀ ਅਕਾਲੀ ਦਲ ਆਈ, ਮੈਨੂੰ ਇੱਕ ਆਦਮੀ ਕੋਈ ਵੀ ਕਿਸੇ ਦਾ ਲੀਡਰ ਦੱਸ ਦਿਓ ਜਿਨ੍ਹਾਂ ਦੇ ਐਸੈਟ ਪਿਛਲੇ 10-15 ਸਾਲਾਂ 'ਚ 1000 ਗੁਣਾ ਜਾਂ 2000 ਗੁਣਾ ਨਹੀਂ ਹੋਏ। ਉਹਦਾ ਰੀਜ਼ਨ ਟੈਕਸ। ਅਸੀਂ ਜੰਮਣ ਤੋਂ ਲੈ ਕੇ ਮਰਨ ਤੱਕ, ਜਦੋਂ ਬੱਚਾ ਜੰਮਦਾ, ਚਾਹੇ ਉਹ ਸਰਕਾਰੀ ਹਸਪਤਾਲ 'ਚ ਜੰਮੇ ਚਾਹੇ ਉਹ ਪ੍ਰਾਈਵੇਟ 'ਚ ਜੰਮੇ, ਉੱਥੋਂ ਟੈਕਸ ਦੇਣਾ ਸ਼ੁਰੂ ਕਰਦੇ ਆ। ਜਿਸ ਦਿਨ ਉਹਦੀ ਕਰਮੇਸ਼ਨ ਹੁੰਦੀ ਆ ਉਸ ਦਿਨ ਵੀ ਦਿੰਦੇ ਆ, ਤੇ ਉਹਦੇ ਸਰਟੀਫਿਕੇਟ ਲੈਣ ਲੱਗਿਆਂ ਵੀ ਟੈਕਸ ਦੇਣਾ ਪੈਂਦਾ। ਜਦ ਕਿ ਜਿਹੜੇ ਸਾਡੇ ਜਿੰਨੇ ਵੀ ਪੁਰਾਣੀਆਂ ਪਾਰਟੀਆਂ ਰਹੀਆਂ, ਮੈਨੂੰ ਆਪਾਂ ਇੱਕ ਵੀ ਕੋਈ ਵੀ ਪਾਰਟੀ ਦਾ ਬੰਦਾ ਲੱਭ ਲਈਏ ਜਿਹਦੇ ਐਸੈਟ ਘਟੇ ਹੋਣ, ਜਾਂ ਜਿਹੜਾ ਪੋਲੀਟੀਕਲ ਪਾਰਟੀ ਇਹਨਾਂ ਦੋਵਾਂ ਪਾਰਟੀਆਂ ਦੇ ਨਾਲ ਜੁੜਿਆ ਹੋਵੇ ਤੇ ਉਹ ਗਰੀਬ ਹੋ ਗਿਆ ਹੋਵੇ। ਜਿਸ ਤਰ੍ਹਾਂ ਸਾਡੇ ਸਾਰੇ ਟੋਟਲ ਇੰਡਸਟਰੀ ਵਾਲੇ, ਅੱਜ ਮੇਰੇ ਇਧਰੋਂ ਵੀ ਭਾਈ ਸਾਹਿਬ ਨੇ ਕਿਹਾ, ਸਾਰੇ ਟੋਟਲ ਵੈਂਟੀਲੇਟਰ ਤੇ ਪਏ ਆ। ਔਰ ਦੂਸਰਾ, ਪੰਜਾਬ ਦੀ ਜਿਹੜੀ ਸਾਡੀ ਲਾਸਟ ਪੁਆਇੰਟ ਹੈ, ਪੰਜਾਬ ਦੀ ਜਿਹੜੀ ਧਰਤੀ ਆ, ਅਸੀਂ ਸਾਰੇ ਗੁਰੂਆਂ ਦੀ ਧਰਤੀ ਆ। ਅਸੀਂ ਤੁਹਾਡੇ ਕੋਲੋਂ ਕੋਈ ਰਿਆਇਤਾਂ ਨਹੀਂ ਮੰਗਦੇ। ਸਾਨੂੰ ਕੋਈ ਸਸਤੀ ਬਿਜਲੀ ਨਹੀਂ ਚਾਹੀਦੀ, ਸਾਨੂੰ ਕੁਝ ਨਹੀਂ ਚਾਹੀਦਾ। ਸਾਨੂੰ ਇੱਕ ਵਪਾਰੀਆਂ ਨੂੰ ਡਰ ਨਹੀਂ ਚਾਹੀਦਾ, ਵਪਾਰੀ ਖੁੱਲ੍ਹ ਤਗੜੇ ਹੋ ਕੇ ਕੰਮ ਕਰੇ। ਔਰ ਜਿਹੜਾ ਅਸੀਂ ਲੋਕੀ ਦਸਵੰਧ ਕਰਦੇ, ਸਾਰੇ ਲੋਕੀ ਪੰਜਾਬ ਦੀ ਧਰਤੀ ਦੇ ਲੋਕੀ ਆਪਣਾ ਦਸਵੰਧ ਕਰਦੇ ਆਪਣੀ ਇਨਕਮ ਚੋਂ। ਅਸੀਂ ਤੁਹਾਡੇ ਕੋਲ, ਸਾਨੂੰ ਕੁਝ ਨਹੀਂ ਚਾਹੀਦਾ, ਪਰ ਸਾਨੂੰ ਇੱਕ ਸੇਫ ਇੱਕ ਐਟਮੋਸਫੀਅਰ ਚਾਹੀਦਾ ਜਿਹਦੇ 'ਚ ਵਪਾਰੀ ਨਿਤੜਕ ਹੋ ਕੇ ਕੰਮ ਕਰ ਸਕੇ। ਤੇ ਆਪਣੇ ਤੁਹਾਨੂੰ ਵੀ ਟੈਕਸ ਦਈਏ ਅਸੀਂ, ਤੇ ਤੁਸੀਂ ਵੀ ਅੱਗੇ ਚੱਲ ਕੇ ਕਰੋ। ਹੁਣ ਸਾਨੂੰ ਇੱਕੋ ਹੀ ਪਾਰਟੀ ਤੋਂ ਉਮੀਦ ਆ, ਹੁਣ ਅੱਗੇ ਬਾਕੀ ਤਾਂ ਸਾਰਾ ਵੇਖ ਲਿਆ ਸਾਰਿਆਂ ਨੇ। ਥੈਂਕ ਯੂ ਸਰ। ਬਹੁਤ ਬਹੁਤ ਧੰਨਵਾਦ ਜੀ। ਸੋ ਇਸ ਤੋਂ ਪਹਿਲਾਂ ਕਿ ਮੈਂ ਸੀਐਮ ਸਾਹਿਬ ਨੂੰ ਇਨਵਾਈਟ ਕਰਾਂ, ਸਰ ਸੀਐਮ ਸਾਹਿਬ, ਸੋ ਇਨਕਲਾਬ ਸ਼੍ਰੀ ਅਰਵਿੰਦ ਕੇਜਰੀਵਾਲ, ਆਮ ਆਦਮੀ ਪਾਰਟੀ। ਸਾਰੀਆਂ ਟ੍ਰੇਡਸ ਕਵਰ ਹੋ ਗਈਆਂ। ਇੱਕ ਅੰਮ੍ਰਿਤਸਰ ਦਾ ਇੱਕ ਬੜਾ ਇੰਪੋਰਟੈਂਟ ਹਿੱਸਾ ਜਿਹੜਾ ਹੈ ਫਰੂਟ ਐਂਡ ਵੈਜੀਟੇਬਲ ਮਾਰਕੀਟ, ਮੰਡੀ, ਸਬਜ਼ੀ ਮੰਡੀ, ਇਸ ਵੇਲੇ ਵੈਂਟੀਲੇਟਰ ਤੋਂ ਵੀ ਥੱਲੇ ਹੀ ਹੈ। ਕਿਸੇ ਨੂੰ ਉਹਦਾ ਇਸ਼ੂ ਨਹੀਂ। ਮੈਂ ਉਹਨੂੰ ਰਿਪਰੈਜ਼ੈਂਟ ਕਰ ਰਿਹਾ। ਮੇਰਾ ਨਾਮ ਗਗਨਦੀਪ ਸਿੰਘ ਹੈ। ਸਰ, ਫਰੂਟ ਮੰਡੀ ਜਿਹੜੀ ਹੈ, ਸਬਜ਼ੀ ਮੰਡੀ, ਇਲੀਗਲ ਜਗ੍ਹਾ ਤੇ, ਡਿਸਪਿਊਟਡ ਜਗ੍ਹਾ ਦੇ ਉੱਤੇ ਰਨ ਕਰ ਰਹੀ ਹੈ ਪਿਛਲੇ 15-20 ਸਾਲਾਂ ਤੋਂ। ਸਾਰੇ ਅੰਮ੍ਰਿਤਸਰ ਨੂੰ, ਗੁਰਦਾਸਪੁਰ, ਜਿੰਨਾ ਏਰੀਆ ਸਭ ਨੂੰ ਕੇਟਰ ਕਰਦੀ ਹੈ। ਔਰ ਉਹ ਇਹਦਾ ਇੰਨਾ ਬੁਰਾ ਹਾਲ ਹੈ ਕਿਉਂਕਿ ਉਹ ਆਰਮੀ ਨਾਲ ਡਿਸਪਿਊਟਡ ਜਗ੍ਹਾ ਹੈਗੀ ਹੈ। ਆਰਮੀ ਦੇ ਉੱਥੇ ਡੰਪ ਹੈਗਾ, ਡੰਪ ਦੇ 1000 ਮੀਟਰਸ ਦੇ ਅੰਦਰ ਉਹ ਮੰਡੀ ਡਿਵੈਲਪ ਹੋਈ ਹੋਈ ਹੈ। ਐਂਡ ਕੁੰਵਰ ਜੀ ਨੂੰ ਉਹਦੇ ਬਾਰੇ ਪੂਰਾ ਪਤਾ ਹੈ ਕਿਉਂਕਿ ਉਹ ਹੀ ਵਾਸ ਐਸਐਸਪੀ ਐਟ ਦੈਟ ਟਾਈਮ ਜਦੋਂ ਦੀ ਉਹ ਇਲੀਗਲ ਚੱਲ ਰਹੀ ਹੈ ਉੱਥੇ। ਸਰ, ਜਸਟ ਤੁਹਾਡੇ ਨੌਲੇਜ ਇਹ ਹੀ ਲੈਣਾ ਚਾਹੁੰਦਾ ਕਿ ਜਦੋਂ ਵੀ ਇਹ ਮੌਕਾ ਮਿਲਦਾ ਹੈ, ਪਲੀਜ਼ ਇਹਨੂੰ ਪ੍ਰਾਇੋਰਟੀ ਦੇ ਉੱਤੇ ਰੀਲੋਕੇਟ ਕਰਨ ਦੀ ਜ਼ਰੂਰਤ ਹੈ। ਔਰ ਬੇਸਿਕ ਅਮੈਨਿਟੀਜ਼ ਨਹੀਂ ਹੈਗੀਆਂ ਉੱਥੇ। ਸੋ ਪਲੀਜ਼ ਇਹਦੇ ਵੱਲ ਜ਼ਰੂਰ ਧਿਆਨ ਦਿਓ। ਫਰੂਟ ਐਂਡ ਵੈਜੀਟੇਬਲ ਇਜ਼ ਵੈਰੀ ਇੰਪੋਰਟੈਂਟ ਪਾਰਟ ਆਫ ਆਰ ਲਾਈਫ। ਥੈਂਕ ਯੂ ਸੋ ਮਚ। ਬਹੁਤ ਬਹੁਤ ਧੰਨਵਾਦ ਜੀ। ਸੋ ਆਓ ਹੁਣ ਆਪਾਂ ਸਾਰੇ ਇੱਕ ਲਾਊਡ ਅਪਲੌਜ਼ ਦੇ ਨਾਲ ਆਪਣੇ ਦਿਲਾਂ ਦੀ ਧੜਕਨ ਅਰਵਿੰਦ ਕੇਜਰੀਵਾਲ ਜੀ ਨੂੰ ਇਨਵਾਈਟ ਕਰੀਏ ਮਾਈਕ ਦੇ ਉੱਪਰ। ਇਨਕਲਾਬ ਸ਼੍ਰੀ ਅਰਵਿੰਦ ਕੇਜਰੀਵਾਲ। ਆਓ ਸਰ। माइक दे दो। माइक माइक किसके पास है? सीएम साहब, बताइए बताइए। हेलो, सत श्री अकाल सीएम साहब। सत श्री अकाल जी। मैं गुरदेव सिंह भुल्लर, गॉडफादर केबल नेटवर्क 2008 ਚ ਚਾਲੂ ਕੀਤਾ ਸੀ। ਉਦੋਂ ਅਕਾਲੀਆਂ ਦੀ ਸਰਕਾਰ ਆਈ, ਇਹਨਾਂ ਨੇ ਮੇਰੇ ਨੈਟਵਰਕ ਸਾਰਾ ਖੋਹ ਲਿਆ। ਸਾਰੇ ਕੇਬਲ ਦਾ ਇਹਨਾਂ ਨੇ ਮੇਰਾ ਡੈਮੇਜ ਕਰਤਾ। ਮੈਂ ਐਮਐਸਓ ਹੈਗਾ ਆ, ਮੈਂ ਐਮਐਸਓ ਹੈਗਾ। ਸਮਝ ਗਿਆ ਸਰ, ਬੜੀ ਤਕਲੀਫ। ਇਹਨਾਂ ਨੇ ਮੇਰੇ ਤੇ 7 ਪਰਚੇ ਕੀਤੇ। ਅਕਾਲੀ ਸਰਕਾਰ ਸੁਖਬੀਰ ਬਾਦਲ ਨੇ ਕਈ ਵਾਰ ਡਰਾਇਆ, ਧਮਕਾਇਆ ਕਿ ਤੇਰਾ ਨੈਟਵਰਕ ਵਿੱਚ ਸਮਾਨ ਚੁੱਕ ਕੇ ਲੈ ਗਏ ਕਈ ਵਾਰ। ਸਰ, ਪੰਜਾਬ ਦੇ ਵਿੱਚ 60-70 ਪਰਚੇ ਕੀਤੇ ਲੋਕਾਂ ਦਾ। ਛੋਟੇ ਛੋਟੇ ਆਪਰੇਟਰ ਸੀ ਜਿੰਨੇ, ਸਾਰੇ ਇਹਨਾਂ ਨੇ ਖਤਮ ਕਰਤੇ ਪੰਜਾਬ ਦੇ। ਕਿਸੇ ਦਾ ਪਰਚਾ ਕਰਤਾ, ਕਿਸੇ ਦਾ ਸਮਾਨ ਚੁੱਕ ਕੇ ਲੈ ਗਏ। ਅਸੀਂ ਇਸ ਦੁੱਖ ਨੂੰ ਇਹ ਬਹੁਤ ਲੰਮੀ ਹੈਗੀ ਆ। ਤੁਸੀਂ ਜਲਦੀ ਜੇ ਮੈਂ ਸ਼ਾਰਟ ਤੁਹਾਡੇ ਨਾਲ ਗੱਲ ਕਰੂੰਗਾ। ਅੱਜ ਸੀਐਮ ਸਾਹਿਬ 100 ਰੁਪਏ ਕੇਬਲ ਕਰ ਰਹੇ ਨੇ। ਉਹ ਤੁਹਾਡੇ ਜੋ ਤੁਸੀਂ ਕਹਿ ਰਹੇ ਜੇ, ਹੁਣ ਤੁਸੀਂ ਦਿੱਲੀ 'ਚ ਇੰਨਾ ਚਿਰ ਗਏ ਜੇ, ਤੁਸੀਂ ਦਿੱਲੀ 'ਚ 100 ਰੁਪਏ ਕੇਬਲ ਕੀਤੀ ਆ?
ਇੱਥੇ ਲੋਕ ਜਿੰਨੇ ਆਪਰੇਟਰ ਆ ਉਹ ਵਿਚਾਰੇ ਕਿਸ ਤਰ੍ਹਾਂ ਪਰੇਸ਼ਾਨ ਹੋਣਗੇ। ਕੋਈ ਇਹ ਜਿਸ ਤਰ੍ਹਾਂ ਚੱਲ ਰਿਹਾ ਬੜਾ ਬੁਰਾ ਹਾਲ ਆ, ਉਸ ਤਰ੍ਹਾਂ ਹੀ ਕਰੀ ਜਾ ਰਿਹਾ ਕਿ ਆਉਣ ਵਾਲੇ ਸਮੇਂ 'ਚ ਕੁਝ ਨਹੀਂ ਹੋਣਾ। उधर ਹੈਲੋ, ਹਾਂਜੀ ਨਮਸਕਾਰ ਸੀਐਮ ਸਾਹਿਬ। ਮੈਂ ਇੱਕ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦਾ ਸਰ ਤੁਹਾਨੂੰ। ਅਸੀਂ ਅੱਜ ਆਪਣਾ ਮਨ ਬਣਾ ਰਹੇ ਹਾਂ ਕਿ ਆਮ ਆਦਮੀ ਪਾਰਟੀ ਨੂੰ ਵੋਟ ਦਈਏ। ਤੁਸੀਂ ਹਰ ਸਲੋਗਨ ਹਰ ਬੋਰਡ ਤੇ ਲਾ ਰਹੇ ਹੋ ਇੱਕ ਮੌਕਾ ਕੇਜਰੀਵਾਲ ਨੂੰ। ਸਰ ਪਿਛਲੀ ਵਾਰੀ ਕੈਪਟਨ ਸਾਹਿਬ ਨੇ ਵੀ ਇਸੇ ਤਰ੍ਹਾਂ ਹੀ ਕੀਤਾ ਸੀਗਾ ਤੇ ਕੈਪਟਨ ਸਾਹਿਬ ਨੂੰ 4.5 ਸਾਲ ਬਾਅਦ ਕਾਂਗਰਸ ਨੇ ਪਿੱਛੇ ਕਰਕੇ ਉਹਨਾਂ ਤੇ ਸਾਰੇ ਬਲੇਮ ਲਾਤੇ। ਸਾਨੂੰ ਕੀ ਯਕੀਨ ਹੋਏਗਾ ਕਿ ਕਾਂਗਰਸ ਦੀ ਸਰਕਾਰ ਵਾਂਗ ਅਗਲੀ ਵਾਰ ਵੀ ਅਸੀਂ ਠੱਗੇ ਨਾ ਜਾਈਏ। दूसरा सर एक चीज़ है मैं कहना चाहूँगा, अमन जी ने मेरा पॉइंट ले लिया, मैं लेना चाहना सा पॉइंट कि सरकारी मुलाजम का तुसी भी उत्थे दिंदे हो दिल्ली च, उन्हों का कुछ PF कटते हो, वो थोड़ा जिहा उन्होंने अकाउंट चों कटते हो, थोड़ा जिहा तुसी पाते हो अपने अकाउंट चों, तो जो रिटायर होने लगते उन्होंने पेंशन मिलती है। कि इस तरह का तुसी कोई मैनीफेस्टो च अपनी गारंटी दिओगे कि व्यापारी भी इन्ने पैसे सानू महीने दे देवे, इन्ने असी पावांगे तां जो उन्होंने पेंशन मिल सके। एक सर होर देखो, अज इत्थे सारे हाल च व्यापारी बैठे ने, ये अपने आप को सेफ नहीं कह सकते क्योंकि दुकानों ते रोज़ गोलियां चल रही जी। पंजाब सरकार इस चीज़ लिए विफल है कि दुकानदार को सिक्योरिटी नहीं दे सकती। मे बी उसका कारण है कि VIP कल्चर ज़्यादा सिक्योरिटी दे विच। अगर तुसी एक महकमा ही वखरा बनाओ कि VIP नूं सिक्योरिटी वास्ते बंदे अलग होण, पब्लिकली अलग होण, कि दुकानदार सेफली अपना काम कर सकन। सर मैं तुहाडे को अज मैं कल बटाले भी एक क्वेश्चन किया, पर मैं तुहाडे को इस करके पुछण आया अज चेचा बटाले तो कि तुसी वोट मंग रहे हो एक मौका केजरीवाल नूं। असी केजरीवाल साहब नूं मौका देण नूं तैयार हाँ, पर तुसी सानू मौका दिओगे कि तुहानू पेंशन मिलेगी, कि सानू मौका दिओगे तुसी सेफ रहोगे? देखो जरूरी गल है, इहदा जवाब जरूर दिओ। बिल्कुल देंगे जी। अब मैं बोलूं? थैंक यू जी। मेरी एक आप लोगों से विनती है, मैं समझ सकता हूं कि आप में से बहुत सारे लोग अपनी अपनी बात रखना चाहते हैं। समय की थोड़ी सी कमी है। अगर मेरे को पहले पता होता तो मैं 2-3 घंटे और बाद की फ्लाइट करा लेता, लेकिन अभी जो लोग रह गए और बोलना चाहते हैं वो लिख के दे देना। मैं आपको आश्वासन विश्वास दिलाता हूं, मैं खुद पढ़ूंगा सारे, और मैं पंजाबी पढ़ लेता हूं। अगर पंजाबी में भी लिखोगे तो मैं पढ़ लूंगा, आप चिंता मत कीजिए। सबसे पहले ये मेरी व्यापारियों के साथ इतनी लंबी चौथी मीटिंग है। लुधियाने में भी हमने मीटिंग करी, जालंधर में भी मीटिंग करी, तीसरी में बठिंडा में भी तीसरी मीटिंग करी थी, और आज चौथी मीटिंग अमृतसर में कर रहे हैं। मैं स्पेशली दिल्ली से आके व्यापारियों के साथ, उद्योगपतियों के साथ इतने घंटे बिता रहा हूं। दूसरी पार्टियों की तरह अगर मैं चाहता, मैं भी एक मैनिफेस्टो लिख देता, 4 पॉइंट लिख देता और कह देता भाई हमारी सरकार बनेगी, व्यापारियों के लिए करेंगे। ऐसे ही तो करती हैं दूसरी पार्टियां। मेरा मकसद ये नहीं है। मेरा मकसद मुद्दे को समझना है, आपकी समस्याओं को समझना है और उन समस्याओं का समाधान निकालना है। इसलिए इतना समय दे रहे हैं। मैंने 4 मीटिंग करी, इसके अलावा कुंवर जी, अमन अरोड़ा और दिल्ली से मनीष सिसोदिया हमारे डिप्टी CM और सतिंदर जैन जो हमारे इंडस्ट्री मिनिस्टर हैं, वो अलग अलग शहरों में जाके 50 से ज्यादा मीटिंग करेंगे व्यापारियों के साथ। आप इसी बात से समझ सकते हो कि व्यापारियों को कितनी तवज्जो आम आदमी पार्टी दे रही है, उद्योगपतियों को कितनी तवज्जो दे रही है। और उसका मकसद ये है कि आज पंजाब के अंदर इतनी बेरोजगारी है, वो बेरोजगारी अगर हम कोशिश करें कि नौकरियां पैदा कौन करेगा? नौकरियां पैदा सरकार नहीं कर सकती, नौकरियां पैदा आप लोग करते हो। अगर सरकार आपको अच्छा माहौल देगी व्यापार करने के लिए, अगर सरकार आपको अच्छा माहौल देगी अपनी इंडस्ट्री चलाने के लिए, तो हजारों लाखों नौकरियां पैदा हो सकती हैं पंजाब के अंदर। और पंजाब में टैलेंट भी है, स्किल भी है, नीयत भी है, सब कुछ है पंजाब में। एक ही चीज की कमी है, राजनीति खराब है, पॉलिटिक्स खराब है पंजाब की, करप्शन है बहुत ज्यादा। नेताओं ने और पार्टियों ने मिलकर लूट लिया पंजाब को, इसको बदलना है।
दिल्ली के लोगों ने एक मौका आम आदमी पार्टी को दिया था 5 साल पहले, बस पार्टी बदली थी। और आज दिल्ली में कितनी तेजी के साथ, आप तो खुद सब जाते होगे दिल्ली के अंदर, कितनी तेजी के साथ आज प्रोग्रेस हो रही है। ये बदलाव केवल चाहिए। दोस्तों, मैं अभी जैसे अमन जी ने बताया, अभी चन्नी साहब ने थोड़े दिन पहले बोला था, उन्होंने कहा 48,000 वैट के जो नोटिस, पुराने वैट के और जीएसटी के जो पुराने नोटिस हैं, उनको वापस लिया जाएगा। उनको वापस लेना तो दूर, उन्होंने कहा 40,000 तो हो गए, वापस हो गए, बस 8,000 अगले 2-3 महीने में ले लेंगे। वो 48,000 के 48,000 आज भी मौजूद हैं। 12,000 फ्रेश नोटिस उन्होंने जीएसटी के जारी कर दिया। इसका मतलब जितने वादे किए जा रहे हैं, पहले कैप्टन साहब ने जितने वादे करे वो झूठे निकले, अब चन्नी साहब जितने वादे कर रहे हैं वो झूठे निकल रहे हैं। मैं जितनी बार दिल्ली से आके जो वादे करके जाता हूं, अगले दिन 48 घंटे बाद, 2-3 दिन के बाद चन्नी साहब वही वादे कर देते हैं। लुधियाने में मैं गया, मैंने व्यापारियों के साथ मीटिंग करी। मीटिंग में मैंने कहा व्यापारियों को कि मैं आप लोगों से चंदा मांगने नहीं आया। हर चुनाव के पहले पार्टियों को व्यापारियों की क्यों याद आती है? पार्टियों को व्यापारियों की, उद्योगपतियों की याद आती है, उनको चंदा चाहिए, पैसे मांगने आते हैं। मैं आपसे पैसे मांगने नहीं आया, मैंने कहा मैं आपको पार्टनर बनाने के लिए आया हूं। पंजाब की प्रगति के अंदर मैं आपको अपने साथ कंधे से कंधा मिला के पार्टनर बनाने आया हूं। मैंने लुधियाने में यह कहा, शनिवार का दिन था, सोमवार को पंजाब के सारे अखबारों में फुल पेज ऐड आ गया चन्नी साहब का। ऊपर लिखा था मैं तो पार्टनर बनाना चाहूंगा। मैंने कहा चन्नी साहब लैंग्वेज तो बदल लेते कम से कम। जो मैंने कहा वही उन्होंने, नीयत की बात है, उनकी नीयत खराब है, उन्होंने करना नहीं है, दिखावा करना है, चुनाव के पहले ऐलान करने हैं, सारे ऐलान फर्जी हैं। अभी तक जितने ऐलान करे एक भी ऐलान जमीन के ऊपर लागू नहीं हुआ। मैं अभी एक एक करके जो जो आप कह रहे थे लिखता जा रहा था। अमित जी ने कहा यूथ पंजाब छोड़ के जा रहा है, मैं आपसे बिल्कुल सहमत हूं। अगर यूथ ही चला जाएगा तो पंजाब का विकास कौन करेगा? इसको वापस लेके आना है, हमें पंजाब का माहौल बदलना है। आज पंजाब के अंदर इतनी निराशा चारों तरफ, अंग्रेजी में डिस्पोंडेंसी कहते हैं कि इतनी चारों तरफ निराशा छाई हुई है कि सब कुछ खत्म हो गया। इसे बदलना है, माहौल को बदलना है, पॉजिटिव एनर्जी लेके आनी है पंजाब के अंदर, इंडस्ट्री में, ट्रेड में पॉजिटिव एनर्जी लेके आनी है कि फिर से पंजाब खुशहाल हो। और मैं आज आपको ये आश्वासन दे रहा हूं, मेरा दिल कहता है 5 साल के अंदर, 5 साल के बाद जो चुनाव होगा, मैं आपके बीच में दोबारा आऊंगा। 5 साल के अंदर ये जो हमारे यूथ का बाहर जाने वाला सिलसिला है, ये कनाडा से, यूरोप से जितना यूथ हमारा गया हुआ, इनको सबको एक एक करके वापस लेके आएंगे। पंजाब की प्रगति में इन सब लोगों को हम अपना पार्टनर बनाएंगे। संजीव सहगल जी ने कहा कि जी आप सारी गारंटी दे रहे हो, ट्रेड को आपने गारंटी नहीं दी। ट्रेड को भी गारंटी दी, हमारी 2 तरह की गारंटी है। एक गारंटी है जो पूरे पंजाब पे लागू होती है, सबके ऊपर लागू होती है। बिजली सबकी कम होगी, सबकी बिजली फ्री होगी, 24 घंटे बिजली होगी, सबके लिए अस्पताल बनवाएंगे, सारी महिलाओं का। लेकिन कुछ गारंटी ऐसी हैं जो स्पेसिफिक है, जैसे मैंने आज टीचर्स की सुबह गारंटी दी, इसी तरह से मैंने व्यापारियों की भी गारंटी दी थी, लुधियाने में भी, जालंधर में भी। आज मैं फिर से आपको जो व्यापारियों के प्रति मेरी गारंटी है, मेरा वचन है, वो मैं अभी आपको थोड़ी देर में बताऊंगा। सेखो साहब ने फोकल पॉइंट्स का मुद्दा उठाया, बिल्कुल सही है, वो हमारी गारंटी में भी है कि फोकल पॉइंट्स के अंदर पूरा इंफ्रास्ट्रक्चर का कबाड़ा हुआ पड़ा है, ना सड़कें हैं, ना सीवर है, ना कुछ भी नहीं है। उसको फोकल पॉइंट्स को और ज्यादा बढ़ाने की भी जरूरत है और वहां पे इंफ्रास्ट्रक्चर भी तैयार करने की जरूरत है। उन्होंने और बहुत सारे थीम पार्क्स बनने चाहिए, एग्रो इंडस्ट्री बननी चाहिए, स्कूल एजुकेशन अच्छी होनी चाहिए। वो तो स्कूल तो ठीक करने हमें ही आते हैं जी, और किसी पार्टी को नहीं आते। तो दिल्ली में भी करे थे, यहां भी करके दिखाएंगे। वीरेंद्र जी ने बहुत सारे पॉइंट्स बताए।
उन्होंने बताया पेपर इंडस्ट्री चली गई, फैन इंडस्ट्री चली गई, टेक्सटाइल इंडस्ट्री चली गई, शॉल इंडस्ट्री चली गई, ब्लैंकेट बनते थे वो चले गए, इंजीनियरिंग चली गई, फार्मा चली गई, प्रिंटिंग चली गई, होटल इंडस्ट्री का कबाड़ा हो गया। वीरेंद्र जी एक ही चीज कह सकता हूं, निराश मत हो, विश्वास रखो, साथ मिलके चल दें। 5 साल के अंदर सारी इंडस्ट्री को वापस लेके आना है। मैं अकेला नहीं कर सकता, आपके साथ मिलके जरूर कर सकता हूं। एक मंडी के कोई आए थे, सब्जी फल और सब्जी मंडी, उन्होंने कहा रिलोकेट करने की जरूरत है। बिल्कुल करेंगे जी, मिलके करेंगे। अभी आपने कहा वहां पे सब कुछ ठीक नहीं है, इसको रिलोकेट करने की जरूरत है, उसको करेंगे। केबल नेटवर्क, ये तो सारे जानते हैं कि कितना बड़ा माफिया है। जो उन्होंने करा अकालियों ने केबल वालों के साथ, वो बड़ा बुरा करा। सब कुछ छीन लिया सारे केबल वालों का, है कि नहीं है? ये मेरे को कहने की जरूरत नहीं है, सारा पंजाब जानता है कि किस तरह से उन्होंने सारे झूठे पर्चे कर करके डरा डरा के केबल, ये पूरा फिर से डिसेंट्रलाइज करेंगे, आपको आपका केबल वापस दिलाएंगे, आपके सारे पर्चे भी वापस लेंगे। एक जो पेंशन देने वाली बात है ट्रेडर्स को, जो अमन ने भी कही और वहां पे मेरे भाई ने भी कही, देखो मैं जो बोलता हूं वो पक्का बोलता हूं, इस पे मैंने काम नहीं किया अभी तक। मैं इस पे होमवर्क करने दो, मेरे को अपनी सारी कैलकुलेशन करने दो। अगर मुझे लगेगा ये हो सकता है तो मैं दिल्ली में भी करूंगा और पंजाब में भी करूंगा। नहीं, मैं सहमत हूं आपसे, इसको थोड़ा सा मैं कैलकुलेशन कर लेता हूं, समझ लेता हूं डिटेल में। अगर मेरी समझ में आ गया और मेरी कैलकुलेशन सही हुई, मैं पंजाब में भी करूंगा, दिल्ली में भी करूंगा। दिल्ली में जब हम पहली बार चुनाव लड़े थे, उस टाइम एक माहौल था दिल्ली में कि सारे व्यापारी बीजेपी को वोट दिया करते थे, व्यापारियों को बीजेपी का वोटर माना जाता था। आज 7 साल के बाद, भाई साहब 7 साल के 5 साल के बाद, पिछले चुनाव में दिल्ली के सारे व्यापारियों ने आम आदमी पार्टी को वोट दिया है, सबने अपनी पार्टी बदल ली। 5 साल में हमने दिल्ली के लोगों का दिल जीता है, उनके बच्चों के लिए अच्छे स्कूल बनवाए, उनके बच्चों के परिवार के लिए अच्छे अस्पताल बनवाए। लोगों को लगने लगा कि जो पैसा हम सरकार को दे रहे हैं वो पैसा हमारे ऊपर खर्च हो रहा है। अब सब लोगों की शिकायत है, इतना टैक्स देते हैं, हमें क्या मिलता है इतना। बिल्कुल सही बोल रहे हो। हर व्यापारी, हर इंडस्ट्रियलिस्ट ठगा महसूस करता है। वो देखता है कि मैं इतना टैक्स दे रहा हूं और ये सब चोरी कर लेते हैं, ये सब चोरी कर लेते हैं, मैं तो लुट गया, मेरे को क्या मिला। हाँ, हर आदमी ये महसूस करता है। दिल्ली के अंदर भाई साहब, जब हमारी सरकार बनी पहले साल में 2015 में हमारा 24,000 करोड़ का टैक्स था। आज दिल्ली के अंदर 70,000 करोड़ का टैक्स है हमारा, 70,000 करोड़, 3 गुना कर दिया टैक्स, 3 गुना टैक्स कर दिया। अमन अरोड़ा भी बता रहे थे कि पंजाब में तो कम हो गया, दिल्ली के अंदर टैक्स 3 गुना। कैसे किया? हमने रेड मारनी बंद कर दी, इंस्पेक्टर को अपने दफ्तर में बिठा दिया, इंस्पेक्टर आज बंद कर दिया। व्यापारियों ने खुद ब खुद टैक्स देना चालू कर दिया। क्यों? क्योंकि व्यापारियों को लगने लगा यार ये सरकार को जो टैक्स दे रहे हैं उससे हमारा ही। व्यापारी क्या करता है? 24 घंटे मेहनत करता है। 24 घंटे मेहनत करने के बाद एक तो वो अपने परिवार को पालता है, दूसरा वो धर्म का काम करता है। हर व्यापारी धर्म का काम करता है, कोई किसी धर्मशाला में देता है, कोई मंदिर में देता है, कोई गुरुद्वारे में देता है, धर्म का काम करता है। और तीसरा सरकार को देता है। जब दिल्ली के लोगों को मैं व्यापारियों के बीच में गया, मैंने कहा देखो तुम जब धर्म के काम में पैसे देते हो, एक स्कूल बनवा दिया, आधा कुछ बच्चे, वो सारा पैसा अब धर्म का पैसा सरकार में देना चालू कर दो। जितना काम तुम धर्म के अपने पैसे से करते हो उससे 10 गुना काम में सरकार में पैसा दोगे, मैं करा दूंगा। दिल्ली के लोगों ने खुद ब खुद टैक्स देना चालू कर दिया। ये कमाल है, ये छोटी चीज नहीं है, बहुत बड़ी बात है कि लोगों ने खुद ब खुद 24,000 करोड़ से 70,000 करोड़ टैक्स हो गया। तो लोगों ने हमें वोट भी देने चालू कर दिए और लोगों ने टैक्स भी देना चालू कर दिया। बड़ी बात है। तो आज मैं आपके लिए ये 7 गारंटी दे रहा हूं, अगर कोई कुछ रह जाए तो मैं बाद में आपसे मिलके समझ लूंगा। एक तो ये,
हमारी सरकार बनने के बाद देखो जी, हमें व्यापार करना नहीं आता, हमें इंडस्ट्री भी नहीं चलानी आती, और अभी तो मैंने 10-15 लोगों की बात सुनी है। अगर सबकी बात सुनने लग जाएं तो हर नई प्रॉब्लम है, तो हम एक सरकार में एक कमीशन बनाएंगे। उस कमीशन को चलाने वाले और निर्णय लेने वाले सारे व्यापारी और इंडस्ट्रियलिस्ट होंगे। उसमें कोई अफसर नहीं होगा, उसमें कोई नेता नहीं होगा। निर्णय सारे आप लोगे, डिसीजन सारे आप लोगे। आपकी ट्रेड बॉडी है, आपकी इंडस्ट्री एसोसिएशन है, उसके नुमाइंदे, हर इंडस्ट्री के नुमाइंदे उसमें रखेंगे। जो निर्णय आप लोगे वो एडवाइस नहीं माना जाएगा, वो ऑर्डर माना जाएगा। सरकार वो निर्णय सारे लागू करेगी। मंजूर है? होना चाहिए। इससे सारी समस्याएं सॉल्व हो जाएंगी। एक आध समस्या नहीं, फिर जितनी आपकी समस्याएं उस कमीशन में ले आओ, कमीशन में आप निर्णय लो, उस कमीशन का सेक्रेटरी जो है वो उसको लागू करेगा। ठीक है? दूसरी चीज, रेड राज बंद होगा। जो अभी इतने सारे व्यापारियों ने कहा जी डर खत्म होना चाहिए, डर को खत्म करेंगे। व्यापारी निडर होके खुशी के साथ अपना व्यापार करेगा। रेड राज बंद होगा, हफ्ता सिस्टम बंद होगा, गुंडा टैक्स बंद होगा, इंस्पेक्टर राज बंद होगा। ये जितने इन्होंने धंधे बना रखे हैं, सिस्टम बना रखे हैं, दिल्ली में करके दिखाया है, अब पंजाब के अंदर भी ये सिस्टम लागू करके दिखाएंगे। वैट के कई हजार करोड़ के रिफंड पेंडिंग पड़े हुए हैं। सरकार बनने के 6 महीने के अंदर आपके सारे रिफंड हम वापस कर देंगे, आपके सारे वैट के रिफंड दे देंगे। बिजली की पावर कट लगती है, दिल्ली में भी बहुत लगा करती थी। जिस साल 2015 में हमारी सरकार बनी, 2014 की गर्मियों में 8-8 घंटे के पावर कट लगते थे दिल्ली में। मेरे को 2.5-3 साल लगे, एक एक गली में खड़े होके मैंने केबल बदलवाई, ट्रांसफार्मर बदलवाए। आज दिल्ली में 24 घंटे बिजली आती है, कोई पावर कट नहीं लगता। पंजाब में भी बिजली की कमी नहीं है, मैंने सारा स्टडी कर लिया, बिजली की कमी नहीं है। पंजाब के अंदर भी इंफ्रास्ट्रक्चर खराब है, इसको ठीक करेंगे। तो मैं ये नहीं कह रहा सरकार आज बनेगी और कल से 24 घंटे बिजली बन जाएगी। 2.5-3 साल लगेंगे सरकार बनने के, लेकिन 24 घंटे बिजली आपको जरूर दे देंगे अगले 5 साल के टेन्योर के अंदर। अभी दिल्ली में हमने एक नया सिस्टम चालू किया है, दिल्ली बाजार। दिल्ली में जितनी दुकानें हैं, चाहे छोटी दुकान हो, खोमचे वाले की दुकान हो, सब कुछ हम एक पोर्टल के ऊपर, वेबसाइट के ऊपर लेके आ रहे हैं। आपका माल पूरी दुनिया देखेगी। दिल्ली के लाजपत नगर में, करोल बाग में, चांदनी चौक में कोई छोटी सी दुकान है, वो भी पोर्टल के ऊपर होगी। तो आपका माल लोकल कॉलोनी वाला भी खरीद सकता है ऑनलाइन, अमेरिका में बैठा हुआ आदमी भी खरीद सकता है, लंदन में बैठा हुआ आदमी भी खरीद सकता है। मान लो आपका कोई माल है, छोटा सा पीस है, वो लंदन वाले को पसंद आ गया, वो आपको से कहता है 1000 पीस मेरे भेज दो। आपकी तो कैपेसिटी नहीं थी लंदन तक अपना माल पहुंचाने की, लेकिन अब इस पोर्टल के जरिए आप अपना माल पूरी दुनिया में बेच सकते हो। तो ये दिल्ली बाजार जैसा बना रहे हैं, पंजाब बाजार भी, पंजाब बाजार का एक पोर्टल बनाएंगे। पंजाब का हर व्यापारी और हर इंडस्ट्रियलिस्ट अपना माल पूरी दुनिया के अंदर दिखा सकेगा। छठा पॉइंट, लॉ एंड ऑर्डर। व्यापारियों के लिए अलग से हम सिक्योरिटी का इंतजाम करेंगे। बिना सिक्योरिटी के कोई व्यापारी काम नहीं कर सकता, बिना सिक्योरिटी के कोई इंडस्ट्री काम नहीं कर सकती। ट्रेड और इंडस्ट्री के लिए सबसे अहमियत जरूरत है शांति व्यवस्था की, तो व्यापारियों के लिए अलग से हम सिक्योरिटी की व्यवस्था करेंगे। और 7वां और आखिरी पॉइंट है फोकल पॉइंट्स का। फोकल पॉइंट्स और बढ़ाए जाएंगे और जो एग्जिस्टिंग फोकल पॉइंट्स हैं उनमें इंफ्रास्ट्रक्चर का, सड़क, पानी, सीवर वगैरह की व्यवस्था की जाएगी। मैं बस ये कहना चाहता हूं, मेरी समझ में ये चुनाव नहीं है, ये चुनाव एक क्रांति है। ये चुनाव पंजाब बदल सकता है, ये चुनाव पंजाब की दिशा बदल सकता है। मेरी आप सब लोगों से, पंजाब के सब लोगों से, सारे व्यापारियों से, सारे किसानों से, मजदूरों से, उद्योगपतियों, सबसे, टीचरों से, सबसे गुजारिश है, सारे इस क्रांति में शामिल हो जाओ। मैं ये नहीं कह रहा आम आदमी पार्टी में शामिल हो जाओ, सारे जने इस क्रांति में शामिल हो जाओ। एक बार सारे जने मिलके झाड़ू पे वोट दे दो और अगले 5 साल के अंदर अगर मैं काम ना करूं तो अगली बार वोट मत देना। आपने अकालियों को मौका दिया, आपने कांग्रेसियों को मौका दिया,
एक मौका केजरीवाल ਨੂੰ भी दे के देखो। बहुत बहुत शुक्रिया।